ਹੁਣ 10 ਮਿੰਟ ਲੱਗ भी जाएंगे वो गल नहीं है। हाँ जी सारे बह गए हाँ जी कोई खलोता तो नहीं सब एक बारी और ना बोल देंगे हालेलुया हालेलुया। आओ अज वचन दे विच वेखांगे जदों कई लोग विश्वास दे विच चलदे आ प्रभु यीशु मसीह दे विच चलदे आ आम बड़ा ध्यान देना अज जो तुम कहोगे ना शुरू करो उदों करांगे करो शुरू जी करो कहना करो सब बोलेंगे हालेलुया हालेलुया हालेलुया। कई लोग ਇਹੋ ਜਿਹੇ ਆ परमेश्वर ਦੇ जन ने ਜਦੋਂ सच्चाई ਦੇ ਚੱਲਦੇ ਆ ਬਹੁਤੇ ਲੋਕ ਉਹਨਾਂ ਨੂੰ ਤਾਨਾ ਮਾਰਦੇ ਆ। ਜਦੋਂ ਸੱਚਾਈ ਤੇ ਇਨਸਾਨ ਚੱਲਦਾ ਆ ਬਹੁਤੇ ਲੋਕ ਉਹਨਾਂ ਨੂੰ ਤਾਨੇ ਮਾਰਦੇ ਆ। ਇਹੋ ਜਿਹੇ ਕਈ ਲੋਕ ਹੁੰਦੇ ਆ ਬਹੁਤੇ ਲੋਕ ਗਾਲਾਂ ਦਿੰਦੇ ਆ ਪਰ ਪਰਮੇਸ਼ਰ ਦਾ ਵਚਨ ਬਿਆਨ ਕਰਦਾ ਆ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਤਾਨੇ ਤੇ ਮਿਹਣੇ ਹੁੰਦੇ ਆ ਉਹ ਡਬਲ ਆਸ਼ੀਸ਼ ਨੂੰ ਪ੍ਰਾਪਤ ਕਰਦੇ ਆ। ਸਭ ਬੋਲਾਂਗੇ ਹਾਲੇਲੂਇਆ ਹਾਲੇਲੂਇਆ। ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਤਾਨੇ ਮਿਹਣੇ ਗਾਲਾਂ ਹੁੰਦੀਆਂ ਨੇ ਜਦੋਂ ਪਰਮੇਸ਼ਰ ਦੇ ਨਾਲ ਚੱਲਦਾ ਬਹੁਤੇ ਲੋਕ ਕੱਢਦੇ ਆ ਪਰ ਪਰਮੇਸ਼ਰ ਦਾ ਵਚਨ ਸਮਝਾਉਣਾ ਕਰਦਾ ਆ ਉਹ ਡਬਲ ਆਸ਼ੀਸ਼ ਦੇ ਨਾਲ ਮੁੜੇਗਾ। ਸਭ ਬੋਲਾਂਗੇ ਹਾਲੇਲੂਇਆ ਹਾਲੇਲੂਇਆ। ਬਹੁਤੇ ਲੋਕ ਤਾਨਾ ਮਾਰਨ ਲੱਗ ਪੈਂਦੇ ਆ ਜਦੋਂ ਸੱਚਾਈ ਦੇ ਰਸਤੇ ਤੇ ਚੱਲੀਦਾ ਉਹ ਕਈ ਲੋਕ ਕਹਿ ਦੇਣਗੇ ਫਲਾਣਾ ਚੰਗਾ ਨਹੀਂ ਆ ਕਹਿੰਦੇ ਚੰਗਾ ਨਹੀਂ ਆ। ਵਚਨ ਬਿਆਨ ਕਰਦਾ ਮੱਤੀ ਦੀ ਅੰਜੀਲ 7 ਅਧਿਆਇ ਬਿਆਨ ਕਰਦੀ ਆ ਕਹਿੰਦਾ ਤੇਰੀ ਆਪਣੀ ਅੱਖੀ ਦੇ ਵਿੱਚ ਕੀ ਆ ਤੇ ਹੋਰਨਾਂ ਤੇ ਕੀ ਕਰਦਾ ਆ ਹੋਰਨਾਂ ਤੇ ਕੀ ਕਰਦਾ ਆ ਕਹਿੰਦਾ ਤੇਰੀ ਆਪਣੀ ਅੱਖ ਖਰਾਬ ਆ ਪਰ ਤੂੰ ਹੋਰਾਂ ਤੇ ਕੀ ਕਰਦਾ ਆ ਸ਼ੱਕ ਕਰਦਾ ਆ। ਪਰ ਇਹ ਸਹਿਣਾ ਸਾਡੇ ਵਾਸਤੇ ਜ਼ਰੂਰੀ ਆ ਮਾਫ ਕਰਨਾ। ਮੈਂ ਗੱਲਾਂ ਸੱਚਾਈ ਦੇ ਵਿੱਚ ਤੇ ਜੋ ਪਰਮੇਸ਼ਰ ਦਾ ਵਚਨ ਆ ਦੱਸੇਗਾ ਸਾਨੂੰ ਸਹਿਣਾ ਪਵੇਗਾ। ਜਿਹੜਾ ਸਵੇਗਾ ਉਹ ਡਬਲ ਆਸ਼ੀਸ਼ ਨੂੰ ਕੀ ਕਰੇਗਾ ਉਹ ਡਬਲ ਆਸ਼ੀਸ਼ ਨੂੰ ਕੀ ਕਰੇਗਾ ਜਿਹੜਾ ਸਵੇਗਾ ਤਾਨਿਆਂ ਨੂੰ ਮਿਹਣਿਆਂ ਨੂੰ ਗਾਲਾਂ ਨੂੰ ਔਰ ਨਿੰਦਿਆਂ ਨੂੰ ਸਵੇਗਾ ਤੇ ਵਚਨ ਬਿਆਨ ਕਰੇਗਾ। ਰਾਜਿਆਂ ਦੀ ਗੱਲ ਕੀਤੀ ਜਾਵੇਗੀ ਨਬੀ ਦੀ ਗੱਲ ਕੀਤੀ ਜਾਵੇਗੀ ਉਹ ਡਬਲ ਆਸ਼ੀਸ਼ ਨੂੰ ਕੀ ਕਰੇਗਾ ਪ੍ਰਾਪਤ ਕਰੇਗਾ। ਸਭ ਬੋਲਾਂਗੇ ਹਾਲੇਲੂਇਆ ਹਾਲੇਲੂਇਆ। ਤੁਸੀਂ ਢਿੱਲੇ ਹੋ ਜਾਂਦੇ ਜੇ ਤੇ ਮੇਰੀ ਆਵਾਜ਼ ਥੋੜੀ ਜਿਹੀ ਘਟ ਜਾਂਦੀ ਆ ਤੁਸੀਂ ਜ਼ੋਰ ਨਾਲ ਬੋਲਿਆ ਕਰੋ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਉਹ ਪੜ੍ਹ ਕੇ ਵੇਖਦੇ ਆ ਵਚਨ ਸਾਨੂੰ ਕੀ ਦੱਸਦਾ ਹੈ ਸਾਡੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ। ਬਹੁਤੇ ਲੋਕ ਨੇਚਾ ਕਰਦੇ ਆ ਪਰ ਤਾਨੇ ਮਿਹਣੇ ਤੋਂ ਕੀ ਕਰਦੇ ਆ ਡਰਦੇ ਗਾਲਾਂ ਤੋਂ ਕੀ ਕਰਦੇ ਆ ਡਰਦੇ ਰੋੜਿਆਂ ਤੋਂ ਕੀ ਕਰਦੇ ਆ ਰੋਜੇ ਫਾਕੇ ਤੋਂ ਕੀ ਕਰਦੇ ਆ ਡਰਦੇ ਆ। ਕਹਿੰਦਾ ਡਰ ਨਾ ਕਹਿੰਦਾ ਨਾ ਡਰ ਨਾ ਘਬਰ ਮੈਂ ਤੇਰੇ ਕੀ ਆ। ਜਦੋਂ ਪਰਮੇਸ਼ਰ ਨਾਲ ਹੋਵੇ ਤੇ ਡਰਨ ਦੀ ਕੋਈ ਜ਼ਰੂਰਤ ਹੈਗੀ ਨਹੀਂ ਹੈਗੀ। ਆਓ ਪੜ੍ਹ ਕੇ ਵੇਖਦੇ ਆ ਵਚਨ ਦੇ ਵਿੱਚ ਯਸ਼ਾਇਆ ਦੀ ਪੁਸਤਕ ਉਸਦਾ 51 ਅਧਿਆਇ ਉਹਦੀ 7 ਪੜ੍ਹ ਕੇ ਵੇਖਦੇ ਆ ਵਚਨ ਕੀ ਦੱਸਦਾ ਹੈ। ਯਸ਼ਾਇਆ ਦੀ ਪੁਸਤਕ ਉਸਦਾ 51 ਅਧਿਆਇ ਉਹਦੀ 7 ਪੜ੍ਹ ਕੇ ਵੇਖਦੇ ਆ ਵਚਨ ਸਾਨੂੰ ਕੀ ਦੱਸਦਾ ਹੈ। ਹੇ ਧਰਮ ਦੇ ਜਾਣਨ ਵਾਲਿਓ ਹੇ ਧਰਮ ਦੇ ਜਾਣਨ ਵਾਲਿਓ ਹੇ ਪਰਮੇਸ਼ਰ ਨੂੰ ਜਾਣਨ ਵਾਲਿਓ ਮੇਰੀ ਸੁਣੋ ਕਹਿੰਦਾ ਮੇਰੀ ਇੱਕ ਗੱਲ ਸੁਣ ਲਵੋ ਹੇ ਮੇਰੀ ਪ੍ਰਜਾ ਜਿਨ੍ਹਾਂ ਦੇ ਦਿਲਾਂ ਵਿੱਚ ਮੇਰੀ ਬੁਝਤਾ ਹੈ ਕਹਿੰਦਾ ਜਿਨ੍ਹਾਂ ਦੇ ਮਨ ਵਿੱਚ ਮੇਰਾ ਵਚਨ ਟਿਕਿਆ ਹੋਇਆ ਹੈ ਮਨੁੱਖਾਂ ਦੀਆਂ ਊਜਾਂ ਤੋਂ ਨਾ ਕਹਿੰਦਾ ਮਨੁੱਖਾਂ ਦੀਆਂ ਗੱਲਾਂ ਤੋਂ ਨਾ ਡਰੋ ਅਤੇ ਉਹਨਾਂ ਦੇ ਦੁਰਵਚਨਾਂ ਤੋਂ ਗਾਲਾਂ ਤੋਂ ਨਾ ਡਰੋ। ਹਾਂਜੀ ਪੜ੍ਹਦੇ ਨੇ ਹਾਂ ਕਿਉਂ ਜੋ ਕੀੜਾ ਉਹਨਾਂ ਨੂੰ ਕੱਪੜੇ ਨੂੰ ਖਾ ਜਾਵੇਗਾ। ਕਹਿੰਦਾ ਕੀੜਾ ਉਹਨਾਂ ਨੂੰ ਖਾ ਜਾਵੇਗਾ ਜਿਹੜਾ ਤੁਹਾਨੂੰ ਕੀ ਕਰਦੇ ਆ ਜਿਹੜੇ ਤੁਹਾਨੂੰ ਕੀ ਕਰਦੇ ਆ ਜਿਹੜੇ ਤੁਹਾਡੀ ਕੀ ਕਰਦੇ ਆ ਜਿਹੜੇ ਤੁਹਾਨੂੰ ਕੀ ਮਾਰਦੇ ਆ ਪੱਥਰ ਤੇ ਤਾਨੇ ਮਾਰਦੇ ਆ। ਕਹਿੰਦਾ ਉਹਨਾਂ ਦੀ ਜ਼ਿੰਦਗੀ ਨੂੰ ਜੰਗਾਲ ਲੱਗ ਜਾਵੇਗਾ। ਕਹਿੰਦਾ ਇਹ ਗੱਲ ਦਾ ਵਿਸ਼ਵਾਸ ਕਰ ਕਹਿੰਦਾ ਦੁਰਵਚਨਾਂ ਤੋਂ ਨਾ ਡਰ ਕਹਿੰਦਾ ਨਾ ਡਰ ਨਾ ਘਬਰ ਕਹਿੰਦਾ ਵਿਸ਼ਵਾਸੀ ਨਾਲ ਇਹ ਕੁਝ ਹੋਣਾ ਜ਼ਰੂਰੀ ਆ। ਵਿਸ਼ਵਾਸੀ ਨਾਲ ਇਹ ਕੁਝ ਹੋਣਾ ਉਹਨੂੰ ਤਾਨੇ ਵੱਜਣੇ ਕੀ ਆ ਉਹਨੂੰ ਮਿਹਣੇ ਵੱਜਣੇ ਕੀ ਆ ਉਹਨੂੰ ਗਾਲਾਂ ਖਾਣੀਆਂ ਕੀ ਆ ਉਹਨੂੰ ਰੋੜੇ ਖਾਣੇ ਕੀ ਆ ਜ਼ਰੂਰੀ ਆ। ਸਭ ਬੋਲਾਂਗੇ ਹਾਲੇਲੂਇਆ ਹਾਲੇਲੂਇਆ। ਇਹ ਕੰਮ ਹੋਣਾ ਜ਼ਰੂਰੀ ਆ। ਜਦੋਂ ਉਹਦੀ ਜ਼ਿੰਦਗੀ ਦੇ ਵਿੱਚ ਇਹ ਕੰਮ ਹੋਵੇਗਾ ਵਚਨ ਸਾਨੂੰ ਕੀ ਸਮਝਾਉਣਾ ਕਰਦਾ ਅੱਗੇ ਪੜ੍ਹ ਕੇ ਵੇਖਦੇ ਆ ਜ਼ਬੂਰਾਂ ਦੀ ਪੋਥੀ ਉਸਦਾ 126 ਅਧਿਆਏ ਉਹਦੀ 5 ਪੜ੍ਹ ਕੇ ਵੇਖਦੇ ਆ 6 ਹਾਂਜੀ ਪੜ੍ਹਦੇ ਨੇ ਹਾਂ 6 ਪੜ੍ਹਦੇ ਨੇ ਹਾਂ 126 ਦੀ 6 ਜਿਹੜਾ ਬੀਜਣ ਲਈ ਬੀਜ ਚੁੱਕ ਕੇ ਰੋਂਦਿਆ ਜਾਂਦਾ ਹੈ 5 ਪਹਿਲਾਂ ਪੜ੍ਹਦੇ ਨੇ ਹਾਂ
ਜਿਹੜੇ ਅੰਜੂਆਂ ਨਾਲ ਬੀਜਦੇ ਹਨ ਜਿਹੜੇ ਹੰਝੂਆਂ ਦੇ ਨਾਲ ਜਦੋਂ ਕੋਈ ਤਾਨਾ ਮਾਰਦਾ ਕੋਈ ਖੁਸ਼ ਹੁੰਦਾ ਤੇ ਪ੍ਰਭੂ ਤੇ ਕਹਿੰਦਾ ਤੂੰ ਹਰ ਹਾਲ ਵਿੱਚ ਕੀ ਕਰ ਹਰ ਹਾਲ ਵਿੱਚ ਕੀ ਰਹਿ ਜਦੋਂ ਕੋਈ ਤਾਨਾ ਮਾਰਦਾ ਆ ਤੇ ਉਦੋਂ ਕੀ ਨਿਕਲਦਾ ਆ ਜਦੋਂ ਕੋਈ ਰੋੜਾ ਮਾਰਦਾ ਉਦੋਂ ਕੀ ਨਿਕਲਦਾ ਆ ਰੋਣ ਨਿਕਲਦਾ ਆ ਹੰਝੂ ਕਿਰਦੇ ਆ ਪਰ ਕਹਿੰਦਾ ਨਾ ਰੋ ਕਹਿੰਦਾ ਇਹ ਤੇਰੇ ਲਈ ਹੋਣਾ ਜ਼ਰੂਰੀ ਆ ਕਹਿੰਦਾ ਹੋਣਾ ਇਹ ਜ਼ਰੂਰੀ ਆ ਕਹਿੰਦਾ ਜਦੋਂ ਤੂੰ ਮੇਰੇ ਮਗਰ ਲੱਗੇਗਾ ਨਾ ਸੱਚਾਈ ਦੇ ਮਗਰ ਲੱਗੇਗਾ ਬਹੁਤੇ ਲੋਕ ਤੇਰੇ ਨਾਲ ਕੀ ਰੱਖਣਗੇ ਵੈਰ ਕਹਿੰਦਾ ਵੈਰ ਰੱਖਣਗੇ ਤਾਨੇ ਮਾਰਨਗੇ ਪਰ ਤਾਨਿਆਂ ਤੋਂ ਅਜੀਜੋ ਭਾਣੋ ਤੇ ਭਰਾਓ ਕਿਸੇ ਡਰਨਾ ਜਿਹੜੇ ਤੇ ਮਸੀਹ ਨੂੰ ਮੰਨਣ ਵਾਲੇ ਆ ਜਿਹੜੇ ਪ੍ਰਭੂ ਤੇ ਭਰੋਸਾ ਰੱਖਣ ਵਾਲੇ ਆ ਉਹਨਾਂ ਤਾਨਿਆਂ ਤੋਂ ਡਰਨਾ ਮੇਨਿਆਂ ਤੋਂ ਡਰਨਾ ਗਾਲੀਆਂ ਗਲੋਚਾਂ ਤੋਂ ਡਰਨਾ ਕਹਿੰਦਾ ਦੁਰਵਚਨਾਂ ਤੋਂ ਨਾ ਡਰ ਲੋਕ ਤੇਰੇ ਨਾਲ ਕਰਨਗੇ ਬੁਰਾ ਵਿਹਾਰ ਪਰ ਕਹਿੰਦਾ ਨਾ ਡਰ ਨਾ ਘਬਰ ਮੈਂ ਤੇਰੇ ਕੀਆਂ ਛੱਡੇਗਾ ਨਹੀਂ ਕੀ ਵਚਨ ਸਮਝਾਉਣਾ ਕਰਦਾ 5 ਅੱਠ ਪੜਦੇ ਨੇ ਹਾਂ ਜਿਹੜੇ ਅੰਜੂਆਂ ਨਾਲ ਬੀਜਦੇ ਹਨ ਜਿਹੜੇ ਹੰਝੂਆਂ ਦੇ ਨਾਲ ਬੀਜਦੇ ਹਨ ਉਹ ਜਕਾਰਿਆਂ ਨਾਲ ਵੱਢਣਗੇ ਡਬਲ ਆਸ਼ੀਸ਼ ਨਾਲ ਵਾਪਸ ਆਉਣਗੇ ਸਭ ਲੱਗੇ ਹਾਲੇਲੂਇਆ ਡਬਲ ਆਸ਼ੀਸ਼ ਨਾਲ ਲੈ ਕੇ ਆਵਾਂਗਾ ਗਾਲਾਂ ਖਾਣ ਤੇ ਸਹੀ ਕੋ ਤਾਨੇ ਸਹਿਣ ਤੇ ਸਹੀ ਤਾਨਾ ਵੱਜਿਆ ਨਹੀਂ ਆ ਪਹਿਲਾਂ ਪਰੇ ਇਕੱਠੀ ਹੋ ਜਾਂਦੀ ਆ ਕੋਈ ਗੱਲ ਨਹੀਂ ਹੋਈ ਪਹਿਲਾਂ ਕਹਿ ਦਿੰਦੇ ਆ ਕਹਿੰਦਾ ਸਹਿ ਮੈਂ ਕਹਿੰਦਾ ਹਰ ਹਾਲ ਵਿੱਚ ਕੀ ਕਰ ਮੇਰਾ ਧੰਨਵਾਦ ਕਰ ਕਹਿੰਦਾ ਮੇਰਾ ਧੰਨਵਾਦ ਕਰ ਜਦੋਂ ਧੰਨਵਾਦ ਕਰੇਗਾ ਕਹਿੰਦਾ ਜਿਹੜੇ ਲੋਕ ਹੰਝੂਆਂ ਨਾਲ ਬੀਜਦੇ ਆ ਉਹ ਜਕਾਰਿਆਂ ਨਾਲ ਕੀ ਕਰਦੇ ਆ ਕਹਿੰਦਾ ਜਕਾਰਿਆਂ ਨਾਲ ਵੱਢੋਗੇ ਕਹਿੰਦਾ ਜਿਹੜੇ ਤੇਰੇ ਵਿਰੁੱਧ ਆ ਕਹਿੰਦਾ ਇੱਕ ਦਿਨ ਉਹ ਡਿੱਗ ਕਹਿੰਦਾ ਜਿਹੜੇ ਤੇਰੇ ਵਿਰੁੱਧ ਚੱਲਦੇ ਆ ਨਾ ਉਹ ਰਹਿਣਗੇ ਨਹੀਂ ਖੜੇ ਨਹੀਂ ਰਹਿਣਗੇ ਇੱਕ ਦਿਨ ਤੇਰੇ ਅੱਗੇ ਆਣ ਕੇ ਝੁਕ ਜਾਣਗੇ ਮਾਫ ਕਰਨਾ ਵਚਨ ਸਮਝਾਉਣਾ ਕਰਦਾ ਆ ਕਹਿੰਦਾ ਦਲੇਰ ਹੋ ਹੌਸਲਾ ਨਾ ਹਾਰ ਬਹੁਤੇ ਲੋਕ ਆਪਣੀ ਜ਼ਿੰਦਗੀ ਨੂੰ ਹਾਰ ਮੰਨ ਬੈਠੇ ਆ ਕਹਿ ਦਿੰਦੇ ਆ ਫਲਾਣੇ ਨੇ ਤਾਨਾ ਮਾਰਿਆ ਉਹ ਫਲਾਣੇ ਨੇ ਮਿਹਣਾ ਮਾਰਿਆ ਜ਼ਿੰਦਗੀ ਗਵਾ ਲੈਂਦੇ ਆ ਤੇ ਉਹਦਾ ਭਰੋਸਾ ਪਹਿਲਾਂ ਕਹਿ ਦਿੱਤੇ ਹੁੰਦਾ ਆ ਮੰਨਦਾ ਕਿਹਨੂੰ ਆ ਮੰਨਦਾ ਪਰਮੇਸ਼ਰ ਨੂੰ ਆ ਪਰਮੇਸ਼ਰ ਕਹਿੰਦਾ ਆਤਮ ਹੱਤਿਆ ਕਰ ਲਾ ਨਹੀਂ ਤਾਨਾ ਵੱਜਾ ਤੇ ਕੀ ਕਰ ਲਈ ਨਿੱਕੀ ਨਿੱਕੀ ਗਲਤੀ ਤੋਂ ਨਿੱਕੇ ਨਿੱਕੇ ਕੰਮਾਂ ਤੋਂ ਕੀ ਕਰ ਜਾਂਦੇ ਚੜਾਈਆਂ ਵਚਨ ਐਸੇ ਸਮਝਾਉਣਾ ਨਹੀਂ ਕਰਦਾ ਕਹਿੰਦਾ ਜਿਹੜਾ ਹੰਝੂਆਂ ਨਾਲ ਬੀਜਦੇ ਆ ਜਕਾਰਾਂ ਨਾਲ ਵੱਢਣਗੇ ਕਹਿੰਦਾ ਡਬਲ ਆਸ਼ੀਸ਼ ਦੇ ਨਾਲ ਉਹਨਾਂ ਨੂੰ ਨਵਾਜਾਂਗਾ ਕਹਿੰਦਾ ਵੱਡੀਆਂ ਬਰਕਤਾਂ ਦੇਵਾਂਗਾ ਕਹਿੰਦਾ ਸਹਿਬੋ ਜਦੋਂ ਸਹਿੰਦਾ ਆ ਮਨੁੱਖ ਫੇਰ ਹੀ ਵੱਡੀ ਆਸ਼ੀਸ਼ ਨੂੰ ਕੀ ਕਰਦਾ ਹੈ ਪ੍ਰਾਪਤ ਕਰਦਾ ਯੋਰ ਨਾ ਬੋਲਾਂਗੇ ਹਾਲੇਲੂਇਆ ਹਾਲੇਲੂਇਆ ਨੇਚਾ ਰੱਖਣ ਨਾਲ ਗੱਲ ਨਹੀਂ ਬਣਨੀ ਬਹੁਤੇ ਲੋਕ ਕਹਿੰਦੇ ਮੈਂ ਬੜੀ ਨੇਚਾ ਕਰਦਾ ਆ ਬੜੀ ਨੇਚਾ ਕਰਦੀ ਆ ਤੇ ਕਹਿੰਦਾ ਨੇਚਾ ਰੱਖਣ ਨਾਲ ਕੋਈ ਗੱਲ ਬਣਨੀ ਨੇਚਾ ਨਹੀਂ ਰੱਖਣੀ ਨੇਚਾ ਤੇ ਭੂਤ ਬੜੀ ਰੱਖਦੇ ਆ ਨੇਚਾ ਤੇ ਭੂਤ ਬੜੀ ਰੱਖਦੇ ਆ ਕਹਿੰਦਾ ਭੂਤਾਂ ਵਰਗੇ ਹੋਣਾ ਨਹੀਂ ਹੋਣਾ ਆਹ ਵਚਨ ਦੇ ਵਿੱਚ ਚੱਲਦੇ ਆ ਪਰਮੇਸ਼ਰ ਦਾ ਵਚਨ ਕੀ ਸਮਝਾਉਣਾ ਕਰਦਾ ਫਿਲਿੱਪੀਆਂ ਦੀ ਪੱਤਰੀ 1 ਅਧਿਆਇ ਦੀ 29 ਅੱਧ ਪੜ੍ਹਦੇ ਹਾਂ ਵਚਨ ਸਾਨੂੰ ਕੀ ਦੱਸਦਾ ਹੈ ਨੇਚਾ ਨਿਰੀ ਰੱਖਣ ਦੇ ਨਾਲ ਗੱਲਬਾਤ ਨਹੀਂ ਚੱਲਣੀ ਸਹਿਣਾ ਪਵੇਗਾ ਨੰਬਰ 1 ਸਹਿਣਾ ਪਵੇਗਾ ਤਾਨਿਆਂ ਨੂੰ ਮਿਹਣਿਆਂ ਨੂੰ ਸਹਿਣਾ ਪਵੇਗਾ ਜਿਹੜੇ ਲੋਕ ਤਾਨਿਆਂ ਤੇ ਮਿਹਣਿਆਂ ਨੂੰ ਸਹਿੰਦੇ ਆ ਉਹ ਹੀ ਡਬਲ ਆਸ਼ੀਸ਼ ਨੂੰ ਕੀ ਕਰਦੇ ਆ ਪ੍ਰਾਪਤ ਕਰਦੇ ਆ ਸਭ ਬੋਲਾਂਗੇ ਹਾਲੇਲੂਇਆ ਨੇਚਾ ਕੱਲੀ ਨਾਲ ਗੱਲ ਨਹੀਂ ਬਣਦੀ ਸਹਿਣਾ ਪੈਣਾ ਆ ਸਹਿਣਾ ਪੈਣਾ ਦੁੱਖ ਯਿਸੂ ਮਸੀਹ ਨੇ ਦੁੱਖ ਨੂੰ ਸਹਿਆ ਹੈ ਯਿਸੂ ਮਸੀਹ ਨੇ ਕਿਸੇ ਨੂੰ ਤਾਨਾ ਨਹੀਂ ਮਾਰਿਆ ਯਿਸੂ ਮਸੀਹ ਨੂੰ ਲੋਕਾਂ ਨੇ ਤਾਨੇ ਮਾਰੇ ਆ ਕਹਿੰਦੇ ਆ ਇਹ ਭੂਤਾਂ ਦਾ ਸਰਦਾਰ ਆ ਉਹਨੂੰ ਗਾਲੀਆਂ ਵੀ ਕੱਢਦੇ ਆ ਬਹੁਤੇ ਲੋਕ ਨਿੰਦਿਆ ਕਰਦੇ ਆ ਤੇ ਉਹਨੇ ਨਿੰਦਿਆ ਨੂੰ ਸਿਆ ਗਾਲੀਆਂ ਨੂੰ ਸਿਆ ਉਹਨੇ ਲੋਕਾਂ ਦੇ ਵਿਚਾਰਾਂ ਨੂੰ ਸਿਆ ਤੇ ਜੇਕਰ ਉਹਨੇ ਆਪਣੇ ਤਨ ਦੇ ਉੱਤੇ ਸਹਿ ਲਿਆ ਆ ਤੇ ਅੱਜ ਆਲ ਵਰਲਡ ਉਹਦੀ ਕੀ ਕਰ ਰਿਹਾ ਹੈ ਮਹਿਮਾ ਕਰ ਰਿਹਾ ਸਭ ਬੋਲਾਂਗੇ ਹਾਲੇਲੂਇਆ ਕਹਿੰਦਾ ਤੁਸੀਂ ਚਾਨਣ ਜੇ ਕਹਿੰਦਾ ਮੈਂ ਕੀ ਆ ਜਗਤ ਦਾ ਯਿਸੂ ਮਸੀਹ ਕਹਿੰਦਾ ਮੈਂ ਜਗਤ ਦਾ ਕੀ ਆ ਤੇ ਤੁਸੀਂ ਵੀ ਕੀ ਜੇ ਤੇ ਚਾਨਣ ਦਾ ਮਤਲਬ ਹੀ ਆ ਕਹਿੰਦਾ ਵੀ ਮੇਰੀ ਪੈੜ ਤੇ ਚੱਲੋ ਕਹਿੰਦਾ ਜੇਕਰ ਮੈਂ ਤਾਨੇ ਸਹਿਆ ਮਿਹਣੇ ਸਹਿਆ ਤੇ ਤੂੰ ਵੀ ਕੀ ਕਰ ਲਾ ਜਦੋਂ ਸਮੇਗਾ ਤੇ ਸਵਰਗ ਵਿੱਚ ਪਹੁੰਚ ਜਾਵੇਗਾ ਸਵਰਗ ਵਿੱਚ ਪਹੁੰਚਣਾ ਤੇ ਕੁਝ ਕਰਨਾ ਪਵੇਗਾ ਇਹ ਟਿਕਟ ਆ ਸਹਿਣ ਵਾਲੀ ਟਿਕਟ ਆ ਇਹ ਜੇਕਰ ਹੈਗੀ ਨਹੀਂ ਆ ਬਹੁਤੇ ਲੋਕਾਂ ਨੇ ਥੋੜੀ ਜਿਹੀ ਗੱਲ ਕਰੋ ਤੇ ਪਹਿਲੋਂ ਕਿ ਡਿੱਗਣ ਲੱਗ ਪੈਣਗੇ ਹਾਂਜੀ ਗੱਲ ਵੀ ਨਹੀਂ ਕਰੇ ਹਜਮਾਰਨਾ ਵੀ ਨਹੀਂ ਆ ਕੋਈ ਕਹਿਣਾ ਵੀ ਨਹੀਂ ਆ ਮਾੜਾ ਜਿਹਾ ਕਹਿਣਾ ਆ ਤੇ ਉਸ ਵੇਲੇ ਕੀ ਆ ਗਏ ਹਾਂਜੀ ਮੈਨੂੰ ਡੈਡੀ ਨੇ ਬੜਾ ਕੁਝ ਕਿਹਾ ਮਾਰੇ ਨਹੀਂ ਗੱਲ ਹੀ ਕਹਿਤੀ ਆ ਗੱਲ ਮੈਨੂੰ ਕੀ ਹੋ ਗਈ ਲੜ ਗਈ ਆ ਗੱਲ ਲੜ ਗਈ ਆ ਤੇ ਗੱਲ ਸਹਿਣੀ ਆ
ਜਿਹੜੇ ਵਿਸ਼ਵਾਸੀ ਆ ਉਹਨਾਂ ਗੱਲ ਨੂੰ ਕੀ ਕਰਨਾ? ਸਹਿਣਾ। ਗੱਲ ਨੂੰ ਕੀ ਕਰਨਾ? ਗੱਲ ਨੂੰ ਕੀ ਕਰਨਾ? ਸਹਿਣਾ। ਤਾਨਿਆਂ ਤੇ ਮਿਹਣਿਆਂ ਨੂੰ ਕੀ ਕਰਨਾ ਹੈ? ਜਿਹੜੇ ਸਹਿੰਦੇ ਆ, ਜਿਹੜੇ ਕਹਿੰਦੇ ਹੰਝੂਆਂ ਨਾਲ ਬੀਜਦੇ ਆ ਤੇ ਜਕਾਰਿਆਂ ਨੇ ਕੀ ਕਰਨਗੇ? ਵੱਢਣਗੇ। ਹੰਝੂਆਂ ਨਾਲ ਬੀਜਦੇ ਜਕਾਰਿਆਂ ਨੇ ਕੀ ਕਰਨਗੇ? ਵੱਢਣਗੇ। ਵੱਢਣਗੇ। ਉਹੀ ਜਿੰਨਾ ਕੁਝ ਬੀਜਿਆ ਤੇ ਜਿੰਨਾ ਕੁਝ ਬੀਜਿਆ ਨਹੀਂ ਆ ਉਹ ਕੁਝ ਵੱਢ ਸਕਦੇ ਨਹੀਂ ਵੱਢ ਸਕਦੇ। ਸਭ ਬੋਲਾਂਗੇ ਹਾਲੇਲੂਇਆ। ਨੇਚਾ ਨਾਲ ਕੋਈ ਗੱਲ ਬਣਦੀ ਨਹੀਂ ਬਣਦੀ। ਹਾਂਜੀ ਪੜ੍ਹ ਕੇ ਵੇਖਦੇ ਆ ਫਿਲਿੱਪੀਆਂ 1 ਅਧਿਆਇ ਦੀ 29 ਆਇਤ ਪੜ੍ਹਦੇ ਨੇ। ਹਾਂ, ਕਿਉਂ ਜੋ ਮਸੀਹ ਦੇ ਲਈ ਤੁਹਾਡੇ ਤੇ ਇਹ ਕਿਰਪਾ ਹੋਈ। ਮਸੀਹ ਦੇ ਲਈ ਤੁਹਾਡੇ ਤੇ ਇਹ ਕਿਰਪਾ ਹੋਈ ਹੈ। ਮਸੀਹ ਦੇ ਦੁਆਰਾ ਤੁਹਾਡੇ ਤੇ ਇਹ ਕਿਰਪਾ ਹੋਈ ਆ ਭਈ ਤੁਸੀਂ ਨਾ ਕੇਵਲ ਉਸ ਉੱਤੇ ਨੇਚਾ ਹੀ ਕਰੋ, ਕਹਿੰਦਾ ਮੇਰੀ ਨੇਚਾ ਹੀ ਉਹਦੇ ਉੱਤੇ ਨਾ ਕਰੋ, ਸਗੋਂ ਉਹਦੇ ਲਈ ਦੁੱਖ ਵੀ ਝੱਲੋ। ਉਹਦੇ ਲਈ ਕੀ ਚਲੋ? ਕਹਿੰਦਾ ਮੇਰੀ ਨੇਚਾ ਨਾ ਕਰੋ ਵੀ ਮੈਂ ਯਿਸੂ ਮਸੀਹ ਨੂੰ ਮੰਨਦਾ, ਮੈਂ ਮੰਨਦਾ ਆ, ਮੰਨਦੀ ਆ। ਕਿੰਨੀ ਬੜੀ ਵਧੀਆ ਗੱਲ ਆ। ਪਰ ਜੇਕਰ ਦੁੱਖ ਨਾ ਸਿਆ ਤੇ ਮਸੀਹ ਵਾਲਾ ਹੈਗਾ ਨਹੀਂ। ਜੇ ਦੁੱਖ ਨਾ ਸਿਆ ਤੇ ਮਸੀਹ ਵਾਲਾ ਨਹੀਂ ਆਇਓ। ਦੁੱਖ ਸਹਿਣਾ ਸਾਡੇ ਲਈ ਜ਼ਰੂਰੀ ਆ, ਮੁਸੀਬਤਾਂ ਸਹਿਣੀਆਂ ਸਾਡੇ ਲਈ ਜ਼ਰੂਰੀ ਆ। ਤੇ ਬਹੁਤੇ ਲੋਕ ਕਹਿ ਦਿੰਦੇ ਆ ਮੈਂ ਪ੍ਰਾਰਥਨਾ ਇੰਨੀ ਕਰਦੀ ਆ ਦੁੱਖ ਫਿਰ ਵੀ ਆ ਗਿਆ, ਮੈਂ ਖਰਿਆਈ ਦੇ ਨਾਲ ਚੱਲਦਾ ਦੁੱਖ ਫਿਰ ਵੀ ਆ ਗਿਆ, ਮੈਂ ਇਮਾਨਦਾਰੀ ਦੇ ਨਾਲ ਚੱਲਦਾ ਦੁੱਖ ਫਿਰ ਵੀ ਆ ਗਿਆ, ਦਾਨ ਦਸਵੰਧ ਪੂਰਾ ਦੇਣਾ ਦੁੱਖ ਫਿਰ ਵੀ ਆ ਗਿਆ। ਦੁੱਖ ਆਉਣਾ ਵੀ ਜ਼ਰੂਰੀ ਆ ਤੇ ਦੁੱਖ ਸਹਿਣਾ ਵੀ ਜ਼ਰੂਰੀ ਆ। ਆਉਣਾ ਵੀ ਜ਼ਰੂਰੀ ਆ ਤੇ ਸਹਿਣਾ ਵੀ ਕੀ ਆ? ਹਰ ਹਾਲ ਵਿੱਚ ਪਰਮੇਸ਼ਰ ਦਾ ਕੀ ਕਰਨਾ ਆ? ਹਰ ਹਾਲ ਵਿੱਚ ਪਰਮੇਸ਼ਰ ਦਾ ਕੀ ਕਰਨਾ ਆ? ਧੰਨਵਾਦ ਕਰਨਾ ਆ। ਸਭ ਬੋਲਾਂਗੇ ਹਾਲੇਲੂਇਆ, ਹਾਲੇਲੂਇਆ। ਦੁਬਾਰਾ ਇਸ ਆਇਤ ਨੂੰ ਪੜ੍ਹਦੇ ਨੇ। ਹਾਂ, ਕਿਉਂ ਜੋ ਮਸੀਹ ਦੇ ਲਈ ਤੁਹਾਡੇ ਤੇ ਕਿਰਪਾ ਹੋਈ। ਮਸੀਹ ਨੇ ਤੁਹਾਡੇ ਤੇ ਕਿਰਪਾ ਕੀਤੀ ਆ। ਭਈ ਤੁਸੀਂ ਨਾ ਕੇਵਲ ਉਸ ਉੱਤੇ ਨੇਚਾ ਹੀ ਕਰੋ, ਕਹਿੰਦਾ ਮੇਰੀ ਨੇਚਾ ਹੀ ਨਾ ਪਰਮੇਸ਼ਰ ਉੱਤੇ ਕਰੋ, ਸਗੋਂ ਉਹਦੇ ਲਈ ਦੁੱਖ ਵੀ ਝੱਲੋ। ਕੀ ਝੱਲਣੇ ਆ? ਕੀ ਝੱਲਣੇ ਆ? ਕੀ ਝੱਲਣੇ ਆ? ਦੁੱਖ ਕਿਹੜੇ ਆ? ਤਾਨੇ ਮਿਹਣੇ ਲੋਕਾਂ ਦੇ। ਲੋਕ ਬਹੁਤ ਕੁਝ ਕਹਿਣਗੇ। ਯਿਸੂ ਮਸੀਹ ਨੂੰ ਵੀ ਲੋਕਾਂ ਨੇ ਬਹੁਤ ਕੁਝ ਕਿਹਾ, ਉਹਦੇ ਤੇ ਬਹੁਤ ਅਤਿਆਚਾਰ ਕੀਤਾ, ਲੋਕਾਂ ਨੇ ਕਾਨੇ ਮਾਰੇ, ਲੋਕਾਂ ਨੇ ਪਥਰਾਓ ਕੀਤਾ, ਲੋਕਾਂ ਨੇ ਕਿੱਲ ਠੋਕਤੇ, ਲੋਕਾਂ ਨੇ ਦਾੜੀ ਪੁੱਟ ਲਈ, ਲੋਕਾਂ ਨੇ ਮੂੰਹ ਤੇ ਥੁੱਕਿਆ। ਤੇ ਅੱਜ ਤੱਕ ਸਾਡੇ ਮੂੰਹ ਤੇ ਕਿਸੇ ਥੁੱਕਿਆ? ਉਸਾ ਦੁੱਖ ਸਾਨੂੰ ਮਿਲਿਆ? ਉਸਾ ਦੁੱਖ ਸਾਨੂੰ ਮਿਲਿਆ? ਉਸਾ ਮੁਸੀਬਤ ਸਾਡੇ ਤੇ ਪਈ ਨਹੀਂ ਆ। ਸਾਡੇ ਤੇ ਉਹਦੀ ਕੀ ਮੁਸੀਬਤ ਪਾਉਂਦਾ ਜਿੱਡੀ ਅਸੀਂ ਕੀ ਕਰ ਸਕਦੇ ਆ, ਜਿੱਡੀ ਅਸੀਂ ਕੀ ਕਰ ਸਕਦੇ ਆ। ਤੇ ਪਰ ਉਹ ਵੀ ਸਾਡੇ ਕੋਲ ਝੱਲੀ ਜਾਂਦੀ। ਕਹਿੰਦਾ ਦੁੱਖਾਂ ਦਾ ਆਉਣਾ ਵੀ ਜ਼ਰੂਰੀ ਆ ਪਰ ਸਹਿਣਾ ਵੀ ਕੀ ਆ? ਸਹਿਣਾ ਵੀ ਕੀ ਆ? ਜ਼ਰੂਰੀ ਆ। ਨਿਰਾ ਰੋ ਕੇ ਨਾ ਵਿਖਾ ਦਿਆ ਕਰੋ। ਜਦੋਂ ਕਿਤੇ ਇਹੋ ਜਿਹਾ ਤਾਨਾ ਮੇਣਾ ਵੱਜਿਆ ਕਰੇ, ਇਹ ਤੂੰ ਹੀ ਤੂੰ ਆ, ਇਹ ਤੈਨੂੰ ਹੀ, ਇਹ ਤੂੰ ਹੀ ਤੂੰ ਆ, ਇਹ ਤੈਨੂੰ ਹੀ, ਇਹ ਤੂੰ ਹੀ ਆ, ਇਹ ਤੈਨੂੰ ਹੀ। ਤਾਨੇ ਤੈਨੂੰ, ਮਿਹਣੇ ਤੈਨੂੰ, ਇਹ ਸਭ ਕੁਝ ਤੈਨੂੰ ਆ। ਦਾਊਦ ਰਾਜਾ ਇਹ ਗੱਲ ਕਹਿੰਦਾ ਆ। ਜ਼ਬੂਰਾਂ ਦੀ ਪੋਥੀ 103 ਅਧਿਆਇ 1 ਆਇਤ ਬਿਆਨ ਕਰਦੀ ਆ। ਕਹਿੰਦਾ ਹੇ ਮੇਰੀ ਜਾਨ ਯਹੋਵਾ ਨੂੰ ਮੁਬਾਰਕ ਆਖ ਜਿਹੜਾ ਮੇਰੇ ਕੀ ਆ, ਜਿਹੜਾ ਮੇਰੇ ਕੀ ਆ। ਤਾਂ ਹੀ ਕਹਿੰਦਾ ਤਾਨੇ ਵਜੇ ਤੇ ਕਿਹਨੂੰ ਵਜੇ? ਤੂੰ ਹੀ ਤੂੰ ਆ, ਤੈਨੂੰ ਵਜੇ ਤੇ ਆਪੇ ਕੀ ਕਰੀ? ਸਹਿ ਲਈ। ਦੁੱਖਾਂ ਦਾ ਆਉਣਾ ਜ਼ਰੂਰੀ ਆ ਤੇ ਸਹਿਣਾ ਵੀ ਕੀ ਆ? ਜ਼ਰੂਰੀ ਆ। ਸਭ ਬੋਲਾਂਗੇ ਹਾਲੇਲੂਇਆ, ਹਾਲੇਲੂਇਆ। ਕਹਿੰਦਾ ਮੇਰੀ ਨੇਚਾ ਨਾਲ ਗੱਲ ਨਹੀਂ ਬਣਦੀ। ਨੇਚਾ ਦੇ ਨਾਲ ਨਾਲ ਕੀ ਸਹਿਣਾ ਪਵੇਗਾ? ਨੇਚਾ ਦੇ ਨਾਲ ਨਾਲ ਕੀ ਸਹਿਣੇ ਪੈਣਗੇ? ਦੁੱਖ, ਮੁਸੀਬਤਾਂ, ਕਸ਼ਟ। ਇੱਥੋਂ ਤੱਕ ਭੈਣ ਭਰਾ ਤੁਹਾਡੇ ਨਾਲ ਵੈਰ ਕਰਨਗੇ। ਮਲਾਕੀਆ ਦੀ ਪੁਸਤਕ ਉਹਦਾ 7 ਅਧਿਆਇ 6 ਆਇਤ ਬਿਆਨ ਕਰਦੀ ਆ। ਹੋਰ ਵੀ ਬਹੁਤ ਜਗ੍ਹਾ ਤੇ ਆ, ਮੈਂ ਉਸ ਟੌਪਿਕ ਨੂੰ ਨਹੀਂ ਲਾਂਗਾ। ਕਈਆਂ ਦੇ ਵਿਰੁੱਧ ਭੈਣ ਭਰਾ ਹੋ ਜਾਣਗੇ ਪਰ ਕਹਿੰਦਾ ਤੂੰ ਡਰਨਾ, ਤੇਰੇ ਸਿਰ ਦਾ ਵੀ ਵਾਲ ਵਿੰਗਾ ਹੋਵੇਗਾ। ਕਹਿੰਦਾ ਇੱਕ ਪਰਿਵਾਰ ਦੇ ਵਿੱਚ 5 ਜੀ ਹੋਣਗੇ, 5 ਹੀ ਇੱਕ ਦੂਜੇ ਦੇ ਕੀ ਹੋਣਗੇ? ਵਿਰੋਧੀ। 5 ਹੀ ਇੱਕ ਦੂਜੇ ਦੇ ਕੀ ਹੋਣਗੇ? ਤੇ ਹੁੰਦੇ ਵੀ ਆ ਤੇ ਫਿਰ ਵੀ ਕਹਿ ਦਿੰਦੇ ਆ ਸਾਡੇ ਘਰ ਵਿੱਚ ਸ਼ਾਂਤੀ ਹੈਗੀ। ਪਤਾ ਵੀ ਹੈਗਾ ਵੀ ਇਹ ਸਹਿਣਾ ਪੈਣਾ ਆ ਤੇ ਜਿਹੜਾ ਸਹਿ ਗਿਆ ਉਹ ਕੀ ਹੋ ਗਿਆ? ਤਰੇਗਾ। ਜਿਹੜਾ ਹੰਝੂਆਂ ਨਾਲ ਬੀਜਦਾ ਜਕਾਰਿਆ ਨਾ, ਜਿਹੜਾ ਹੰਝੂਆਂ ਨਾਲ ਬੀਜਦਾ ਜਕਾਰਿਆ ਨਾ ਵੱਡੇਗਾ। ਸਭ ਬੋਲਾਂਗੇ ਹਾਲੇਲੂਇਆ, ਹਾਲੇਲੂਇਆ। ਮੇਰੀ ਨੇਚਾ ਹੀ ਨਹੀਂ ਕਰਨੀ, ਦੁੱਖ ਨੂੰ ਕੀ ਕਰਨਾ ਹੈ? ਮੇਰੀਆਂ ਭੈਣਾਂ ਨੂੰ ਆਵਾਜ਼ ਆਵੇਗੀ। ਕਹਿੰਦਾ ਮੇਰਾ ਨੇਚਾ ਹੀ ਨਹੀਂ ਕਰਨੀ, ਦੁੱਖ ਨੂੰ ਕੀ ਕਰਨਾ ਆ? ਦੁੱਖ ਨੂੰ ਕੀ ਕਰਨਾ ਆ? ਰੋ ਕੇ ਨਹੀਂ ਵਿਖਾਉਣਾ। ਦੁੱਖ ਨੂੰ ਕੀ ਕਰਨਾ ਆ? ਸਹਿਣਾ ਆ ਤੇ ਪ੍ਰਾਰਥਨਾ ਕਰਨੀ ਆ। ਹਰ ਹਾਲ ਵਿੱਚ ਪਰਮੇਸ਼ਰ ਦਾ ਕੀ ਕਰਨਾ ਆ? ਹਰ ਹਾਲ ਵਿੱਚ ਪਰਮੇਸ਼ਰ ਦਾ ਕੀ ਕਰਨਾ ਆ? ਆਵਾਜ਼ ਬੜੀ ਘੱਟ ਆ। ਹਰ ਹਾਲ ਵਿੱਚ ਪਰਮੇਸ਼ਰ ਦਾ ਕੀ ਕਰਨਾ ਆ? ਹਰ ਹਾਲ ਵਿੱਚ ਪਰਮੇਸ਼ਰ ਦਾ ਕੀ ਕਰਨਾ ਆ? ਮੇਰੀ ਨੇਚਾ ਨਾਲ ਗੱਲ ਬਣਨੀ। ਤਾਨੇ ਤੇ ਮਿਹਣੇ ਕੀ ਕਰਨੇ ਆ? ਸਹਿਣੇ ਆ। ਜਦੋਂ ਸਮਾਂਗੇ ਤੇ
ਵੱਡੀ ਆਸ਼ੀਸ਼ ਨੂੰ ਕੀ ਕਰਾਂਗੇ? ਵੱਡੀ ਆਸ਼ੀਸ਼ ਨੂੰ ਕੀ ਕਰਾਂਗੇ? ਪ੍ਰਾਪਤ ਕਰਾਂਗੇ। ਸਭ ਬੋਲਾਂਗੇ ਹਾਲੇਲੂਇਆ, ਹਾਲੇਲੂਇਆ। ਐਸੇ ਸਮਝਾਉਣਾ ਕਰਦਾ ਆ। ਉਹ ਪੜ੍ਹ ਕੇ ਵੇਖਦੇ ਹਾਂ ਲੂਕਾ ਦੀ ਅੰਜੀਲ ਉਹਦਾ 14 ਅਧਿਆਇ 27 ਆਇਤ ਪੜ੍ਹ ਕੇ ਵੇਖਦੇ ਹਾਂ ਵਚਨ ਕੀ ਦੱਸਦਾ ਹੈ। ਲੂਕਾ ਦੀ ਅੰਜੀਲ ਉਸਦਾ 14 ਅਧਿਆਇ ਉਹਦੀ 27 ਆਇਤ ਪੜ੍ਹ ਕੇ ਵੇਖਦੇ ਹਾਂ ਵਚਨ ਕੀ ਸਾਨੂੰ ਸਮਝਾਉਣਾ ਕਰਦਾ ਹੈ। ਜੋ ਕੋਈ ਆਪਣੀ ਸਲੀਬ ਚੁੱਕ ਕੇ, ਜੋ ਕੋਈ ਕਿਸੇ ਦੀ ਸਲੀਬ ਨਹੀਂ, ਦੁੱਖਾਂ ਦੀ ਜਿਹੜੀ ਸਲੀਬ ਆ ਆਪਣੀ ਆਪ ਨੂੰ ਚੁੱਕਣੀ ਪੈਣੀ ਆ। ਮਾਫ ਕਰਨਾ ਭੈਣਾਂ ਨੇ ਧਿਆਨ ਦੇਣਾ। ਜਿਹੜੀ ਦੁੱਖਾਂ ਦੀ ਸਲੀਬ ਆ ਆਪਣੇ ਆਪ ਨੂੰ ਕੀ ਕਰਨੀ ਪੈਣੀ ਆ। ਕਹਿੰਦਾ ਕੋਈ ਆਪਣੀ ਸਲੀਬ ਚੁੱਕ ਕੇ, ਕਿਸੇ ਦੀ ਨਹੀਂ ਗੱਲ ਕੀਤੀ। ਕਹਿੰਦਾ ਜਿਹੜੀ ਜਾਨ ਪਾਪ ਕਰੇਗੀ ਉਹ ਕੀ ਹੋਏਗੀ? ਮਰੇਗੀ। ਕਿਉਂਕਿ ਕਹਿੰਦਾ ਸਾਰੀਆਂ ਜਾਨਾਂ ਹਿਜਕੀਆ 18 ਅਧਿਆਇ 4 ਆਇਤ ਬਿਆਨ ਕਰਦੀ ਆ ਪਿਓ ਦੀ ਜਾਨ ਮੇਰੀ, ਕਹਿੰਦਾ ਧੀ ਦੀ ਜਾਨ ਮੇਰੀ ਆ, ਪੁੱਤਰ ਦੀ ਜਾਨ ਮੇਰੀ ਆ, ਪਰ ਜਿਹੜੀ ਜਾਨ ਪਾਪ ਕਰੇਗੀ ਉਹ ਕੀ ਕਰੇਗੀ? ਮਰੇਗੀ। ਇਸ ਕਰਕੇ ਆਪੋ ਆਪਣੀ ਕੀ ਕਰਨੀ ਆ। ਜੇ ਘਰ ਵਿੱਚੋਂ ਵੀ ਤਾਨੇ ਵੱਜੇ, ਕਿਹਨੂੰ ਵੱਜੇ? ਤੂੰ ਹੀ ਤੂੰ ਆ, ਤੈਨੂੰ ਵੱਜੇ ਤੂੰ ਕੀ ਕਰ ਲਈ? ਤੈਨੂੰ ਵੱਜੇ ਤੂੰ ਕੀ ਕਰ ਲਈ? ਅੱਗੋਂ ਹੱਸ ਕੇ ਵਿਖਾਇਆ ਕਰੋ। ਇਹ ਕੀ ਆ? ਤੂੰ ਹੀ ਹੱਸ ਕੇ ਵਿਖਾਓਗੇ ਤੇ ਉਹ ਤਾਨੇ ਤੁਹਾਨੂੰ ਲੱਗਣੇ ਨਹੀਂ ਲੱਗਣੇ। ਸਭ ਬੋਲਾਂਗੇ ਹਾਲੇਲੂਇਆ, ਪੜ੍ਹਦੇ ਨੇ ਹਾਂ। ਜੋ ਕੋਈ ਆਪਣੀ ਸਲੀਬ ਚੁੱਕ ਕੇ, ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਆਵੇ, ਮੇਰੇ ਕਿਹਦਾ ਮਗਰ ਆਵੇਗਾ। ਜੋ ਕੋਈ ਆਪਣੀ ਸਲੀਬ ਚੁੱਕ ਕੇ, ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਆਵੇ, ਮੇਰੇ ਮਗਰ ਜੇਕਰ ਕੋਈ ਨਾ ਆਵੇ, ਮੇਰਾ ਚੇਲਾ ਨਹੀਂ ਹੋ ਕਹਿੰਦਾ ਸਕਦਾ। ਮੇਰਾ ਨਹੀਂ ਹੋ ਸਕਦਾ। ਜਿਹਨੇ ਤਾਨੇ ਨਾ ਸਹਿ, ਜਿਹਨੇ ਮਿਹਣੇ ਨਾ ਸਹਿ, ਜਿਹਨੇ ਕਹਿੰਦਾ ਇਹੋ ਜਿਹੇ ਕੰਮ ਸਹਿ ਨਾ, ਉਹ ਕਹਿੰਦਾ ਮੇਰਾ ਹੈਗਾ ਨਹੀਂ। ਇਹਦਾ ਕਹਿਣ ਦਾ ਭਾਵ ਹੈ, ਇਹਦਾ ਮਤਲਬ ਹੈ ਸਾਨੂੰ ਸਹਿਣੇ। ਇਹਦਾ ਮਤਲਬ ਸਾਨੂੰ ਸਹਿਣੇ। ਕਿਸੇ ਨੇ ਕੁਝ ਕਹਿਤਾ ਤੇ ਸਾਨੂੰ ਸਹਿਣਾ। ਬਹੁਤੇ ਲੋਕ ਕੀ ਲੱਭ ਲੈਂਦੇ ਆ? ਮੋਟੀ ਜੀ ਰੱਸੀ। ਕਾਹਦੇ ਲਈ? ਕਾਹਦੇ ਲਈ? ਹਾਂ ਆਵਾਜ਼ ਆਈ ਥੋੜੀ। ਕਾਹਦੇ ਲਈ? ਕੀ ਵਜ੍ਹਾ? ਕੀ ਵਜ੍ਹਾ? ਤਾਨਾ ਵਜ੍ਹਾ। ਤੇ ਤਾਨੇ ਦੇ ਨਾਲ ਨਾਲ ਆਪ ਵੀ ਚੜਾਈ। ਤਾਨਿਆਂ ਨੂੰ ਸਹਿਣਾ ਵਿਸ਼ਵਾਸੀ ਲਈ ਕੀ ਆ? ਜ਼ਰੂਰੀ। ਤਾਨਿਆਂ ਨੂੰ ਸਹਿਣਾ ਵਿਸ਼ਵਾਸੀ ਲਈ ਕੀ ਆ? ਜਿਹੜਾ ਤੇ ਵਿਸ਼ਵਾਸੀ ਆ ਪਰਮੇਸ਼ਰ ਤੇ ਭਰੋਸਾ ਰੱਖਦਾ ਆ, ਮੰਨਦਾ ਮੈਂ ਯਿਸੂ ਮਸੀਹ ਨੂੰ ਮੰਨਦਾ ਆ, ਤੇ ਉਹਦੇ ਵਾਸਤੇ ਦੁੱਖਾਂ ਨੂੰ ਸਹਿਣਾ ਕੀ ਆ? ਕਸ਼ਟਾਂ ਨੂੰ ਸਹਿਣਾ ਕੀ ਆ? ਕਸ਼ਟਾਂ ਨੂੰ ਸਹਿਣਾ ਜ਼ਰੂਰੀ ਆ। ਪਰਮੇਸ਼ਰ ਦਾ ਵਚਨ ਐਸੇ ਸਮਝਾਉਣਾ ਕਰਦਾ, ਕਹਿੰਦਾ ਆਪਣੀ ਸਲੀਬ ਚੁੱਕ, ਕਿਸੇ ਦੀ ਚੁੱਕੀ ਜਾਣੀ ਨਹੀਂ। ਕਿਸੇ ਦਾ ਤੇ ਤਾਨਾ ਨਹੀਂ ਸਿਆ ਜਾਂਦਾ, ਤੇ ਆਪਣੀ ਸਲੀਬ ਚੁੱਕਣ ਤੋਂ ਵੀ ਕੀ ਹੁੰਦਾ? ਡਰ ਲੱਗਦਾ ਆ। ਕਹਿੰਦਾ ਆਪਣੀ ਸਲੀਬ ਚੁੱਕ, ਆਪਣੀ ਸਲੀਬ ਚੁੱਕ ਕੇ ਤੇ ਮੇਰੇ ਮਗਰ ਆ ਜਾ। ਜੇਕਰ ਤੂੰ ਨਹੀਂ ਆ ਸਕਦਾ ਤੇ ਕਹਿੰਦਾ ਮੇਰਾ ਚੇਲਾ ਹੋ ਸਕਦਾ ਨਹੀਂ। ਜੇਕਰ ਪ੍ਰਭੂ ਦੇ ਚੇਲੇ ਆ, ਸਵਰਗ ਵਿੱਚ ਜਾਣਾ ਚਾਹੁੰਦੇ ਆ, ਤੇ ਇਹ ਕੰਮ ਸਾਨੂੰ ਕਰਨੇ, ਤੇ ਇਹ ਕੰਮ ਸਾਨੂੰ ਸਹਿਣੇ, ਇਹ ਕੰਮ ਸਾਨੂੰ ਸਹਿਣੇ ਪੈਣੇ ਆ। ਜੀਜੋ ਭੈਣੋ ਤੇ ਭਰਾਓ, ਸਹਿਣੇ ਪੈਣੇ ਆ। ਜੇਕਰ ਨਾ ਸਹਿ ਤੇ ਸਵਰਗ ਪਹੁੰਚ ਸਕਦੇ, ਆਸ਼ੀਸ਼ ਨੂੰ ਪ੍ਰਾਪਤ ਕਰ ਸਕਦੇ ਨਹੀਂ ਕਰ ਸਕਦੇ। ਇਸ ਕਰਕੇ ਸਹਿਣਾ, ਇਹਨਾਂ ਮੁਸੀਬਤਾਂ ਨੂੰ ਸਹਿਣਾ, ਕਸ਼ਟਾਂ ਨੂੰ ਸਹਿਣਾ। ਕਹਿੰਦਾ ਜਦੋਂ ਤੁਸੀਂ ਇਹ ਕੰਮਾਂ ਨੂੰ ਸਹਿ ਲਵੋਗੇ, ਤੁਸੀਂ ਇਹ ਮਜ਼ਬੂਤ ਹੋ ਜਾਵੋਗੇ, ਤੇ ਕਹਿੰਦਾ ਫਿਰ ਤੁਹਾਡੇ ਸਿਰ ਦਾ ਵਾਲ ਵੀ ਵਿੰਗਾ ਹੋਵੇਗਾ ਨਹੀਂ। ਬੜਾ ਯਤਨ ਕਰਦੇ ਆ ਕਟਿੰਗ ਵਾਲੇ, ਕੁੰਡਲ ਪਾਉਣ ਤੇ ਵਿੰਗਾ ਕਰਦੇ ਆ, ਉਹਨਾਂ ਨੂੰ ਬੜਾ ਟਾਈਮ ਲੱਗਦਾ ਆ। ਪਰ ਕਹਿੰਦਾ ਤੁਸੀਂ ਮੇਰੇ ਤੇ ਭਰੋਸਾ ਕਰੋ, ਜਿਸ ਤਰ੍ਹਾਂ ਕਹਿੰਦਾ ਮੈਂ ਕਹਿੰਦਾ ਉਸ ਤਰ੍ਹਾਂ ਚੱਲੋ, ਤੁਹਾਡੇ ਸਿਰ ਦਾ ਵਾਲ ਵੀ ਵਿੰਗਾ ਹੋਵੇਗਾ ਨਹੀਂ। ਕਹਿੰਦਾ ਨਹੀਂ ਹੋਵੇਗਾ, ਕਹਿੰਦਾ ਨਹੀਂ ਹੋਵੇਗਾ। ਵਿਸ਼ਵਾਸ ਕਰੋ। ਵਿਸ਼ਵਾਸ ਅਸੀਂ ਕਰਨਾ ਆ, ਭਰੋਸਾ ਅਸੀਂ ਕਰਨਾ ਆ, ਸਹਿਣਾ ਅਸੀਂ ਆ। ਬਹੁਤ ਦੁੱਖ ਆਉਣਗੇ ਸੰਸਾਰ ਦੇ ਉੱਤੇ, ਹਜੇ ਮੁਸੀਬਤਾਂ ਆਉਣ ਵਾਲੀਆਂ, ਦੁੱਖ ਕਸ਼ਟ ਆਉਣ ਵਾਲੇ ਆ। ਪਰਸੋਂ ਦੀ ਗੱਲ ਹੈ, ਕਿੱਡਾ ਤਗੜਾ ਭੁਚਾਲ ਆਇਆ, ਕਿਸੇ ਨੇ ਵੇਖਿਆ? ਬਹੁਤੇ ਲੋਕਾਂ ਦਾ ਭਰੋਸਾ ਹੀ ਉੱਠ ਗਿਆ, ਘਰੋਂ ਨੱਠ ਗਏ। ਲੋਕ ਪਹਿਲਾਂ ਪੈਸੇ ਲਾ ਕੇ ਘਰ ਬਣਾਉਂਦੇ ਆ, ਤੇ ਮੁੜ ਕੇ ਦਵਾ ਦਾ ਭੁਚਾਲ ਆ ਤੇ ਘਰ ਛੱਡ ਕੇ ਕੀ ਹੋ ਗਏ? ਹਾਂਜੀ, ਘਰੋਂ ਹੀ ਭੱਜ ਗਏ ਆ। ਹਾਂਜੀ, ਇਹ ਵੀ ਡਰਦੇ ਆ। ਤੇ ਫਿਰ ਘਰ ਤੁਹਾਡਾ ਤਾਂ ਨਾ ਆਇਆ, ਘਰ ਤੇ ਫਿਰ ਪਰਮੇਸ਼ਰ ਦਾ ਨਾ। ਉਹਨੇ ਕਿਹਾ ਜਿੱਥੇ ਜਿੱਥੇ ਹੈਗੇ ਜੇ ਉੱਥੇ ਉੱਥੇ ਖੜੇ ਰਹੋ। ਕਹਿੰਦਾ ਤੁਹਾਡੇ ਸਿਰ ਦਾ ਵਾਲ ਵੀ ਵਿੰਗਾ ਹੋਵੇਗਾ ਨਹੀਂ। ਇਹਦਾ ਮਤਲਬ ਭਰੋਸਾ ਪਰਮੇਸ਼ਰ ਤੇ ਨਹੀਂ ਆ, ਡਰਦੇ ਆ। ਤੇ ਜਿਹੜੇ ਡਰਦੇ ਆ ਉਹ ਕਦੇ ਵੀ ਕਾਮਯਾਬ ਹੋ ਸਕਦੇ ਨਹੀਂ। ਜਿਹੜੇ ਡਰਨ ਵਾਲੇ ਕਦੇ ਕਾਮਯਾਬ ਨਹੀਂ ਹੋ ਸਕਦੇ। ਮੁਸੀਬਤਾਂ ਨੂੰ ਵੇਖ ਕੇ ਸਗੋਂ ਪਰਮੇਸ਼ਰ ਦਾ ਕੀ ਕਰੀਏ? ਪਰਮੇਸ਼ਰ ਦਾ ਕੀ ਕਰੀਏ? ਤਾਨਿਆਂ ਨੂੰ ਜੇਕਰ ਵੱਜਦੇ ਤੇ ਪਰਮੇਸ਼ਰ ਦਾ ਕੀ ਕਰੀਏ? ਕੋਈ ਗਾਣਾ ਸਾਨੂੰ ਕੱਢਦਾ ਤੇ ਪਰਮੇਸ਼ਰ ਦਾ ਕੀ ਕਰੀਏ? ਧੰਨਵਾਦ ਕਰੀਏ। ਤੇ ਉਸ ਮੁਸੀਬਤ ਨੂੰ ਆਪਣੀ ਝੋਲੀ ਵਿੱਚ ਪਾ, ਆਖੀਏ ਤੂੰ ਆ, ਇਹ ਵੀ ਤੂੰ ਬਰਕਤ ਦਿੱਤੀ ਆ, ਇਹ ਬਰਕਤ ਆ। ਜਿਹੜਾ ਬਰਕਤ ਸਵੀਕਾਰ ਕਰਦਾ ਆ ਤੇ ਉਹਦੇ ਤੇ ਕਦੀ ਵੀ ਮੁਸੀਬਤ ਠਹਿਰ ਸਕਦੀ ਨਹੀਂ। ਮੁਸੀਬਤਾਂ ਆਲਣਾ ਨਾ ਬਣਾਉਣਗੀਆਂ। ਜਿਹੜੇ ਸਗੋਂ ਘਰ ਵਿੱਚ ਕਲੇ ਕਲੇਸ਼ ਪਾ ਲੈਂਦੇ ਆ ਥੋੜੀਆਂ ਜਿਹੀਆਂ ਗੱਲਾਂ, ਉਹ ਸਗੋਂ ਜੁੜ ਜੁੜ ਕੇ ਉੱਥੇ ਚੀਜ਼ ਰਹਿੰਦੀ ਆ।
ਆ। ਇਸ ਕਰਕੇ ਤੁਸੀਂ ਤਾਨਿਆਂ ਨੂੰ ਵੀ ਕਰਨਾ ਹੈ। ਪ੍ਰਾਰਥਨਾ ਕਿਹੜਾ ਕਿਹੜਾ ਕਰਦਾ ਬੜੀ, ਤੇ ਉਹਦੇ ਤੇ ਪਰ ਮੁਸੀਬਤਾਂ ਵੀ ਬੜੀਆਂ। ਥੋੜੇ ਕਰਦੇ ਵੇਖੋ ਸਹੀ, ਹੱਥ ਕਿੰਨਾ ਕਰ ਖੜੇ ਖੜੇ ਕਰੇਗਾ ਤਾਂ ਜਿਹੜੇ ਸਭ ਬੋਲਾ ਹਾਲੇਲੂਇਆ ਹਾਲੇਲੂਇਆ। ਪ੍ਰਭੂ ਦਾ ਵਚਨ ਕਹਿੰਦਾ ਦੁੱਖਾਂ ਨੂੰ ਸਹਿਣਾ ਆਪਣੀ ਸਲੀਬ ਚੁੱਕ ਕੇ। ਜਿਹੜਾ ਮੇਰੇ ਮਗਰ ਨਹੀਂ ਆਉਂਦਾ ਮੇਰਾ ਚੇਲਾ ਹੋ ਸਕਦਾ। ਬਹੁਤਿਆਂ ਨਬੀਆਂ ਤੇ ਬੜੇ ਬੜੇ ਦੁੱਖ ਤੇ ਮੁਸੀਬਤਾਂ ਕਸ਼ਟ ਆਏ ਆ, ਪਰ ਉਹਨਾਂ ਸੀ ਨਹੀਂ ਕੀਤੀ। ਦੋਵਾਂ ਜੀਆਂ ਦਾ ਕਹਿਣ ਦਾ ਭਾਵ, ਦੋਵਾਂ ਜੀਆਂ ਨੂੰ ਪਰਮੇਸ਼ਰ ਨੇ ਇਸੇ ਲਈ ਬਣਾਇਆ ਵੀ ਉਹ ਦੁੱਖਾਂ ਦਾ ਕੀ ਕਰਨਾ, ਸਾਹਮਣਾ ਕਰਨਾ। ਦੁੱਖਾਂ ਦਾ ਕੀ ਕਰਨਾ, ਮਾਫ ਕਰਨਾ। ਦੋਵਾਂ ਨੂੰ ਇਕੱਲਿਆਂ ਨੂੰ ਹੀ ਬਣਾਇਆ। ਏਲੀਆ ਕੇ ਇਕੱਲੇ ਕਹਿ ਛੱਡਦੇ ਆਕਾਸ਼ ਬੰਦ ਹੋ ਜੇ, ਹੋ ਗਿਆ। ਉਹਨਾਂ ਦੁੱਖਾਂ ਦਾ ਕੀ ਕੀਤਾ, ਪਰ ਉਹਨਾਂ 40 ਰੋਜੇ ਵੀ ਰੱਖੇ ਆ। ਬਹੁਤੇ ਨਬੀਆਂ ਦੇ ਨਾਲ, ਕਈਆਂ ਦੇ ਨਾਲ ਟੱਕ ਰਹੇ ਆ, ਰਾਜਿਆਂ ਦੇ ਨਾਲ ਟੱਕ ਰਹੇ ਆ, ਭੁੱਖ ਨੂੰ ਸਿਆ ਆ, ਤਾਨਿਆਂ ਨੂੰ ਸਿਆ ਆ। ਪਰ ਅਸੀਂ ਤਾਨੇ ਨੂੰ ਸਹਿ ਸਕਦੇ ਨਹੀਂ। ਸਹਿਣਾ ਸਿੱਖ ਲੈਣਾ ਅੱਜ ਤੋਂ ਬਾਅਦ। ਵੀ ਜੋ ਕੁਝ ਕਵੇ ਤੇ ਤੁਸੀਂ ਕੀ ਕਹਿਣਾ, ਤੂੰ ਹੀ। ਕਿਹਨੂੰ ਤਾਨੇ ਵੱਜੇ ਆ, ਗਿਆਨਵਾਨ ਸਮਝ ਲਿਆ ਕਰਨਾ ਇਸ਼ਾਰਾ। ਕਿਹਨੂੰ ਤਾਨੇ ਵੱਜੇ ਆ, ਕਿਹਨੂੰ ਵੱਜੇ ਆ ਭਾਈ। ਤੂੰ ਕਰ ਜੋ ਕੁਝ ਕਰਨਾ ਹੈ। ਪ੍ਰਭੂ ਦਾ ਵਚਨ ਕਹਿੰਦਾ ਵੈਰੀਆਂ ਲਈ ਵੀ ਕੀ ਕਰ, ਵੈਰੀਆਂ ਲਈ ਕੀ ਕਰ, ਉਹਨਾਂ ਲਈ ਕੀ ਕਰ। ਉਹਨਾਂ ਨੂੰ ਇਹ ਨਹੀਂ ਕਹਿਣਾ ਚੁੱਕ ਲਾ, ਉਹਨਾਂ ਲਈ ਕੀ ਮੰਗਣੀ ਹੈ, ਪ੍ਰਾਰਥਨਾ ਕਰਨੀ ਆ। ਉਹਨਾਂ ਦਾ ਕੰਮ ਹੈ ਤਾਨੇ ਦੇਣੇ, ਤੁਹਾਡਾ ਕੰਮ ਕੀ ਆ, ਸਹਿਣਾ ਹੈ। ਸਭ ਬੋਲਾਂਗੇ ਹਾਲੇਲੂਇਆ। ਵਚਨ ਦੇ ਵਿੱਚ ਅੱਗੇ ਵਧਦੇ ਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਬਿਆਨ ਕਰਦਾ, ਅਯੂਬ ਉਹਦਾ 1 ਅਧਿਆਏ 1 ਆਇਤ ਪੜ੍ਹ ਕੇ ਵੇਖਦੇ ਆ। ਅਯੂਬ ਦੀ ਤੁਸੀਂ ਵਾਰਤਾ ਸੁਣੀ ਆ ਨਾ, ਉਹਦੇ ਜਨਮ ਬਾਰੇ ਤੁਸੀਂ ਸੁਣਿਆ ਹੈ। ਹਾਂਜੀ, ਅਯੂਬ ਬਾਰੇ ਕਿਹੜਾ ਜਾਣਦਾ ਹੈ, ਅਯੂਬ ਬਾਰੇ 1 2 ਅਯੂਬ ਬਾਰੇ 3 4। ਧੰਨਵਾਦ ਹੈ ਪ੍ਰਭੂ, ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਹੈ, ਬਰਕਤ। ਇਹਦੇ ਵਿੱਚ ਵੇਖਿਓ ਕੁਆਲਿਟੀ ਕਿਹੜੀ ਆ, ਤਾਨਿਆਂ ਨੂੰ ਸਹਿਣਾ, ਮਿਹਨਿਆਂ ਨੂੰ ਸਹਿਣਾ। ਤੇ ਪਰ ਜਿਹੜੇ ਜ਼ਿਆਦਾ ਪ੍ਰਾਰਥਨਾ ਕਰਦੇ ਵਜਣੀ ਉਹਨਾਂ ਨੂੰ ਜੀ ਮਾਫ ਕਰਨਾ। ਦੁਸ਼ਟ ਵਾਧਾ ਤੇ ਫੁੱਲਦਾ, ਪਰ ਇੱਕੇ ਦਿਨ ਨਾਸ਼ ਹੋ। ਦੁਸ਼ਟ ਵਾਧਾ ਆ। ਅਯੂਬ ਉਹਦਾ 21 ਅਧਿਆਇ ਸਾਰਾ ਪੜ੍ਹ ਕੇ ਵੇਖਿਓ। ਦੁਸ਼ਟ ਵਾਧਾ ਤੇ ਫੁੱਲਦਾ ਵੀ ਆ। ਦੁਸ਼ਟ ਨੂੰ ਕੋਈ ਤਾਨਾ ਮਿਹਣਾ ਮਾਰਨ ਵਾਲਾ ਨਹੀਂ ਆ। ਉਹਦੇ ਨਾਲ ਬਥੇਰੇ ਹੋਰ ਯਾਰ ਦੋਸਤ ਰਲ ਜਾਂਦੇ ਆ। ਉਹਨੂੰ ਤਾਨੇ ਮਿਹਣੇ ਨਹੀਂ ਵਾਜਦੇ ਤੇ ਨਾ ਤਾਨੇ ਦੀ ਪਰਵਾਹ ਕਰਦਾ ਆ। ਕਹਿੰਦਾ ਵਾਧਾ ਤੇ ਫੁੱਲਦਾ, ਲੇਕਿਨ ਇੱਕੇ ਦਿਨ ਵਿੱਚ ਕੀ ਹੋ ਜਾਂਦਾ ਹੈ, ਨਾਸ਼ ਹੋ ਜਾਂਦਾ ਹੈ। ਪਰ ਇਹ ਪਰਮੇਸ਼ਰ ਦਾ ਦਾਸ ਕੀ ਕਹਿ ਰਿਹਾ ਹੈ, ਇੱਕ ਧਰਮੀ ਜਨ ਹੈ। ਹਾਂਜੀ ਪੜ੍ਹਦੇ ਨੇ, ਹਾਂ। ਅਯੂਬ ਨਾਮੇ ਉਸ ਦੇ ਦੇਸ਼ ਵਿੱਚ ਇੱਕ ਮਨੁੱਖ ਸੀ। ਪੂਰਬ ਦੇ ਚੜ੍ਹਦੇ ਪਾਸੇ ਦਾ ਇਹ ਇਨਸਾਨ ਆ। ਇੰਨਾ ਕੁ ਜ਼ਿਆਦਾ ਅਮੀਰ ਆ। ਤੇ ਵਚਨ ਦੱਸ ਰਿਹਾ ਹੈ, ਕੀ ਦੱਸ ਰਿਹਾ। ਹਾਂਜੀ ਪੜ੍ਹਦੇ ਨੇ, ਹਾਂ। ਅਤੇ ਉਹ ਪੂਰਾ, ਹਾਂਜੀ ਨੰਬਰ 1 ਪੂਰਾ। ਇਹਦੇ ਨਿਸ਼ਾਨੀ ਟਿਕ ਮਾਰ ਕਰੋ, ਜਿਹੜਾ ਪੜ੍ਹ ਰਿਹਾ ਉੱਥੇ ਲਿਖੋ ਪੂਰਾ। ਕਹਿੰਦਾ ਪੂਰਾ ਸੀ। ਕਹਿੰਦਾ ਜੋ ਕਹਿ ਦਿੰਦਾ ਸੀ ਨਾ ਪਰਮੇਸ਼ਰ ਆ ਕਰ, ਉਹੋ ਹੀ ਉਹ ਕਰਦਾ ਸੀ। ਜੋ ਪਰਮੇਸ਼ਰ ਨੂੰ ਕਹਿ ਦੇਣਾ ਨਾ ਕਰ, ਉਹਨੇ ਉਹੋ ਹੀ ਕਰਨਾ। ਪੂਰਾ ਸੀ, ਅੱਧਾ ਨਹੀਂ ਸੀ, ਪੂਰਾ ਸੀ। ਹਾਂਜੀ ਨੰਬਰ 2 ਦੂਸਰੀ ਕੁਆਲਿਟੀ ਕਿਹੜੀ ਸੀ, ਅਤੇ ਉਹ ਖਰਾ ਮਨੁੱਖ, ਖਰਾ। ਕੋਈ ਪਾਪ ਨਹੀਂ ਸੀ ਉਹਦੇ ਵਿੱਚ, ਅੱਜ ਕੱਲ੍ਹ ਦੇ ਵੀ ਬਹੁਤੇ ਵਿਸ਼ਵਾਸੀ ਪਾਪ ਕਰ ਜਾਂਦੇ ਆ। ਕਹਿੰਦਾ ਪੂਰਾ ਵੀ ਸੀ ਤੇ ਖਰਾ ਇਨਸਾਨ ਸੀ। ਕਹਿੰਦਾ ਕੋਈ ਵੀ ਉਹਦੇ ਵਿੱਚ ਇਹੋ ਜਿਹਾ ਪਾਪ ਨਹੀਂ ਪਾਏਗਾ, ਪੂਰਾ ਖਰਾ ਸੀ। ਨੰਬਰ 3 ਕੀ ਆ, ਜੋ ਪਰਮੇਸ਼ਰ ਤੋਂ ਡਰਦਾ। ਹਾਂਜੀ ਨੰਬਰ 3 ਆ, ਉਹ ਡਰਦਾ ਵੀ ਸੀ। ਪਰਮੇਸ਼ਰ ਦੇ ਕੋਲ ਕੀ ਸੀ, ਡਰਦਾ ਵੀ ਬੜਾ ਸੀ। ਡਰਨ ਦੇ ਬਾਵਜੂਦ ਵੀ, ਹਾਂਜੀ ਅੱਗੇ ਪੜ੍ਹਦੇ ਨੇ, ਹਾਂ। ਅਤੇ ਬਦੀ ਤੋਂ ਪਰੇ ਰਹਿੰਦਾ ਸੀ। ਹਾਂਜੀ ਬਦੀ ਤੋਂ ਵੀ ਪਰੇ ਰਹਿੰਦਾ। ਸਭ ਬੋਲਾਂਗੇ ਹਾਲੇਲੂਇਆ। ਬਦੀ ਤੋਂ ਵੀ ਪਰੇ ਰਹਿੰਦਾ, ਪਾਪ ਕੋਈ ਨਹੀਂ ਸੀ ਕਰਦਾ, ਖਰਾ ਇਨਸਾਨ ਸੀ। ਅਯੂਬ ਜਿਹੜਾ ਖਰਾ ਇਨਸਾਨ ਸੀ, ਇਸ ਦੇ 7 ਪੁੱਤਰ ਤੇ 3 ਧੀਆਂ ਹੋਏ ਆ। ਹੋਰ ਵੀ ਇਸ ਦੇ 7,000 ਔਰ 500 ਕਰਕੇ ਕਈਆਂ ਦਾ ਪਸ਼ੂਆਂ ਦਾ ਜ਼ਿਕਰ ਆਇਆ ਹੈ। ਇੰਨੇ ਕੁ ਜ਼ਿਆਦਾ ਅਮੀਰ ਸੀ ਔਰ ਇਸ ਦੇ ਧੀਆਂ ਪੁੱਤਰ ਵੀ ਬਹੁਤ ਸਨ। 7 ਇਸ ਦੇ ਪੁੱਤਰ ਤੇ 3 ਇਹਦੀਆਂ ਧੀਆਂ ਸਨ। ਪਰ ਜਦੋਂ ਇਹਦੀ ਕਹਾਣੀ ਚੰਗੀ ਤਰੀਕੇ ਨਾਲ ਕੋਈ ਪੜ੍ਹਦਾ ਹੈ, ਵਚਨ ਦੱਸਦਾ ਪ੍ਰਾਰਥਨਾ ਕਰਨ ਵਾਲਾ ਵੀ ਆ, ਇਹ ਖਰਾ ਵੀ ਆ, ਕੋਈ ਪਾਪ ਕਰਨ ਵਾਲਾ ਨਹੀਂ ਆ। ਇੱਕੇ ਦਿਨ ਦੇ ਵਿੱਚ ਇਹਦੀ ਸਾਰੀ ਪ੍ਰਾਪਰਟੀ ਕੀ ਹੋ ਗਈ, ਖਤਮ ਹੋ ਗਈ। ਆਗੇ ਯਾਰ ਦੋਸਤ ਤਾਨੇ ਮਿਹਣੇ ਮਾਰਨਾ, ਤਾਨੇ ਮਿਹਣੇ ਯਾਰਾਂ ਦੋਸਤਾਂ ਕੱਲਿਆਂ ਨਹੀਂ ਮਾਰੇ, ਇਹਦੀ ਘਰ ਦੀ ਵੀ ਆਣ ਕੇ ਤਾਨੇ ਮਿਹਣੇ ਮਾਰਨ ਲੱਗ ਪਈ ਆ। ਇਹਨੇ ਤਾਨਿਆਂ ਨੂੰ ਜਦ ਸਿਆ ਹੈ, ਵਚਨ ਸਾਨੂੰ ਕੀ ਸਮਝਾਉਣਾ ਕਰਦਾ ਹੈ। ਆਹ ਵਚਨ ਦੇ ਵਿੱਚ ਅੱਗੇ ਪੜ੍ਹਦੇ ਹਾਂ 2 ਦੀ 8 ਔਰ 9 ਪੜ੍ਹਦੇ ਨੇ, ਹਾਂ। 2 ਦੀ 8 ਔਰ 9 ਪੜ੍ਹਦੇ ਨੇ, ਹਾਂ। ਕਹਿੰਦੇ ਅਯੂਬ ਤੇ ਇਹੋ ਜਿਹੀਆਂ ਮੁਸੀਬਤਾਂ ਆਈਆਂ, ਇੱਕੇ ਦਿਨ ਵਿੱਚ ਇਹਦੀ ਸਾਰੀ ਪ੍ਰਾਪਰਟੀ ਕੀ ਹੋ ਗਈ,
सारी प्रॉपर्टी हाँ जी आवाज दी है सारी प्रॉपर्टी की हो गई सारी प्रॉपर्टी की हो गई मेरी प्रॉपर्टी नहीं खत्म हुई ਇਹਦੀ ਔਲਾਦ ਵੀ ਕੀ ਹੋ ਗਈ 7 ਪੁੱਤਰ ਤੇ 3 ਧੀਆਂ ਕੀ ਹੋ ਗਏ ਇੱਕੇ ਦਿਨ ਵਿੱਚ 7 ਪੁੱਤਰ ਤੇ 3 ਜਿਹੜੀਆਂ ਧੀਆਂ ਖਤਮ ਹੋ ਗਈਆਂ ਔਰ ਜਿੰਨੀ ਜਾਇਦਾਦ ਸੀ ਸਾਰੀ ਖਤਮ ਹੋ ਗਈ ਜਾਇਦਾਦ ਮੇਰੀ ਖਤਮ ਹੀ ਨਹੀਂ ਹੋਈ ਧੀਆਂ ਪੁੱਤਰ ਮੇਰੇ ਖਤਮ ਹੀ ਨਹੀਂ ਹੋਏ ਵਿਸ਼ਵਾਸ ਰੱਖੋ ਪਰਮੇਸ਼ਰ ਦਾ ਵਚਨ ਬਿਆਨ ਕਰਦਾ ਆ ਉਹਦਾ ਤਨ ਵੀ ਰਿਹਾ ਤਨ ਨੂੰ ਰਹਿਣਾ ਤੇ ਜ਼ਰੂਰੀ ਸੀ प्रॉपर्टी खत्म हो गई धन्यवाद है औलाद मर गई धन्यवाद है ਇਹਦਾ ਜਿਸਮ ਦਾ ਰਹਿਣਾ ਤੇ ਚੰਗਾ ਨਾ ਜਿਸਮ ਤੇ ਚੰਗਾ ਚਾਹੀਦਾ ਪਰ ਜਿਸਮ ਨੂੰ ਕੀ ਹੋ ਗਿਆ ਜਿਸਮ ਨੂੰ ਕੀ ਹੋ ਗਿਆ ਕੀੜੇ ਪੈ ਗਏ ਜਿਸਮ ਦੇ ਵਿੱਚ ਵੀ ਕੀੜੇ ਪੈ ਗਏ ਇਹਦਾ ਜਿਸਮ ਦਾ ਤੇ ਰਹਿਣਾ ਚੰਗਾ ਸੀ ਨਾ ਤੰਦਰੁਸਤੀ ਰਹਿਣਾ ਚੰਗਾ ਸੀ ਜੇ ਪ੍ਰਾਪਰਟੀ ਖਤਮ ਹੋ ਗਈ ਧੰਨਵਾਦ ਜੇ ਔਲਾਦ ਮਰ ਗਈ ਧੰਨਵਾਦ ਇਹ ਤਨ ਤੇ ਚੰਗਾ ਚਾਹੀਦਾ ਸੀ पर तन भी चंगा रहा कहते किड़े किड़े कीड़े चल गए एड़े एड़े लम्मे कीड़े चल गए ठिकरी ना खुरकन लग पाया पर ताना नहीं मारदा कहता परमेश्वर तेरा की आ धन्नवाद आ जे औलाद मर गई आ एक दी की बयान कर दिया तू दिता तू ले लिया तेरा नाम की आ उन्हें मेरी नेचा नहीं कीती उन्हें मेरी नेचा नहीं कीती सियाया उन्हें अपने तन ते सियाया जब सियाया वचन की बयान करता हाँ जी पढ़ते हैं 2 दी 8 और 9 पढ़ते हैं 8 और 9 उसने एक ठिकरा लिया कि अपने आप ਨੂੰ ਉਹਦੇ ਨਾਲ ਖੁਰਕੇ ਆਪਣੇ ਆਪ ਨੂੰ ਉਹਦੇ ਨਾਲ ਖੁਰਕੇ ਅਤੇ ਸਵਾਦ ਵਿੱਚ ਬੈਠ ਗਿਆ ਬੈਠ ਗਿਆ ਇਹ ਵੀ ਸਰੀਰ ਦੀ ਤੰਦਰੁਸਤੀ ਵੀ ਨਾ ਰਹੀ ਬਹੁਤੇ ਲੋਕ ਕਹਿ ਦਿੰਦੇ ਮੇਰੀ ਔਲਾਦ ਮਰ ਗਈ ਮੇਰੇ ਘਰ ਔਲਾਦ ਨਹੀਂ ਹੋਈ ਮੇਰਾ ਸਭ ਕੁਝ ਜੁੜ ਗਿਆ ਮੈਂ ਪਰਮੇਸ਼ਰ ਨੂੰ ਕੀ ਕਰ ਦੇਣਾ मैं परमेश्वर दे दर ते नहीं जाना परमेश्वर ने मैनू की दिता मंगदा सा पुत और मैनू धीआं दे दित्तियां किसे दिन धीआं दा जिक्र कीता जावेगा माफ करना कईयां दियां 5 ने कईयां दियां जातियां भी आ पर उन्हां नू प्यार नहीं करदे वचन बयान करेगा जेड़ा इंसान धी दे विरुद्ध होवेगा कदी भी बरकत हासिल कर सकदा नहीं करेगा कहंदा तन दा होना तंदुरुस्त जरूरी सी पर कहंदा ये भी ना रहा कहंदा खाख दे विच बैठ गया ठिकरी ला के ਉਹਦੇ ਨਾਲ ਉਹਨੇ ਜ਼ਖਮਾਂ ਨੂੰ ਛਿੱਲਣ ਲੱਗ ਪਿਆ ਪਾਕ ਵਗਦੀ ਆ ਪਾਕ ਵਗਣ ਦੇ ਬਾਵਜੂਦ ਵੀ ਉਹਨੇ ਪਰਮੇਸ਼ਰ ਦਾ ਕੀ ਕੀਤਾ ਮੇਰੀ ਨੇਚਾ ਨਹੀਂ ਰੱਖੀ ਦੁੱਖ ਨੂੰ ਕੀ ਕਰ ਲਿਆ ਸਹਿ ਲਿਆ ਆ ਵਚਨ ਕੀ ਬਿਆਨ ਕਰਦਾ ਹਾਂਜੀ ਪੜ੍ਹਦੇ ਨੇ ਹਾਂ 2 ਦੀ 8 ਔਰ 9 ਪੜ੍ਹਦੇ ਨੇ ਹਾਂ ਉਸ ਦੀ ਤੀਵੀ ਨੇ ਉਹਨੂੰ ਆਖਿਆ ਕੀ ਤੇ ਅਜੇ ਵੀ ਆਪਣੀ ਖਰਾਈ ਕਹਿੰਦਾ ਹਜੇ ਵੀ ਘਰ ਵਾਲੀ ਆਈ ਆ ਹਜੇ ਵੀ ਆਪਣੀ ਖਰਾਈ ਤੇ ਖੜਾ ਹਜੇ ਵੀ ਇਸੇ ਕੰਮ ਲਈ ਖੜਾ ਆ ਵੇਖ ਤੇਰੇ ਨਾਲ ਪਰਮੇਸ਼ਰ ਨੇ ਕੀ ਕਰ ਦਿੱਤਾ ਤੇਰੇ ਕਰਕੇ ਮੇਰੀ ਔਲਾਦ ਮਰ ਗਈ ਤੇਰੇ ਕਰਕੇ ਮੇਰੀ ਪ੍ਰਾਪਰਟੀ ਸਾਰੀ ਖਤਮ ਹੋ ਗਈ ਵੇਖ ਤੂੰ ਹਜੇ ਵੀ ਖਰਾਈ ਤੇ ਖੜਾ ਆ ਹਜੇ ਵੀ ਤੂੰ ਮਜ਼ਬੂਤੀ ਦੇ ਵਿੱਚ ਖੜਾ ਆ ਅੱਗੋਂ ਕੀ ਤਾਨੇ ਮਾਰ ਲੱਗਿਆ ਜੀ ਪੜ੍ਹਦੇ ਨੇ ਹਾਂ ਪਰਮੇਸ਼ਰ ਨੂੰ ਫਟਕਾਰ ਤੇ ਪਰਮੇਸ਼ਰ ਨੂੰ ਗਾਲਾਂ ਕੱਢ ਕਹਿੰਦੀ ਪਰਮੇਸ਼ਰ ਨੂੰ ਕੱਢ ਫਟਕਾਰ ਦੇ ਗਾਲਾਂ ਕੱਢ ਤੇ ਗਾਲਾਂ ਕੱਢ ਕੇ ਇਹੋ ਜਿਹੀ ਕੁਝ ਕਿਹਾ ਇੱਕ ਬੰਦਾ ਜ਼ਖਮੀ ਹੋਵੇ ਇੱਕ ਬੰਦੇ ਦੀ ਪ੍ਰਾਪਰਟੀ ਗਈ ਹੋਵੇ ਇੱਕ ਬੰਦੇ ਦੇ ਧੀਆਂ ਪੁੱਤਰ ਨਾ ਲਾਏ ਹੋਣਾ ਤੇ ਇੱਕ ਜਨਾਨੀ ਉਹਦੀ ਤੀਵੀ ਆਣ ਕੇ ਉਹਦੇ ਫੋੜੇ ਹੋਏ ਆ ਉਹਨੂੰ ਆਣ ਕੇ ਕਵੇ ਫਟਕਾਰ ਤੇ ਨਾਲ ਇੱਕ ਹੋਰ ਜਵਾਬ ਦਿੰਦੀ ਕਿਹੜਾ ਦਿੰਦੀ ਆ ਪਰਮੇਸ਼ਰ ਨੂੰ ਫਟਕਾਰ ਤੇ ਮਰ ਜਾ ਓਹੋ ਨਾਲ ਕੀ ਕਹਿੰਦੀ ਆ ਤੂੰ ਖਰਿਆਈ ਦੇ ਵਿੱਚ ਚੱਲਣ ਵਾਲਿਆਂ ਦੇ ਨਾਲ ਤਾਨੇ ਮਿਹਣੇ ਹੋਣੇ ਜ਼ਰੂਰੀ ਆ ਇਹ ਸਹਿਣਾ ਪਵੇਗਾ ਨਿਰੀ ਨੇਚਾ ਦੇ ਨਾਲ ਗੱਲ ਨਹੀਂ ਬਣਨੀ ਘਰ ਵਾਲੀ ਆ ਪਤਾ ਆ ਜੀਵਨ ਸਾਥੀ ਨੂੰ ਤਾਂ ਬਣਾਇਆ ਜਾਂਦਾ ਆ ਦੁੱਖ ਸੁੱਖ ਦੇ ਵਿੱਚ ਕੀ ਬਣੇ ਪਰ ਦੁੱਖ ਸੁੱਖ ਦੇ ਵਿੱਚ ਬਣੀ ਕਹਿੰਦੇ ਹਜੇ ਵੀ ਖਰਿਆਈ ਦੇ ਵਿੱਚ ਖੜਾ ਆ ਉਸੇ ਪਰਮੇਸ਼ਰ ਨੂੰ ਮੰਨਦਾ ਆ ਜਿਨੇ ਤੇਰੇ ਧੀਆਂ ਪੁੱਤਰ ਮਾਰ ਦਿੱਤੇ ਆ ਉਸੇ ਨੂੰ ਮੰਨਣ ਦਾ ਪਿਆ ਆ ਹਜੇ ਵੀ ਜਾ ਮੈਂ ਕਹਿੰਦੀ ਆ ਫਟਕਾਰ ਦੇ ਗਾਲਾਂ ਕੱਢ ਤੇ ਨਾਲ ਕੀ ਹੋ ਜਾ ਉਹਦੇ ਤਨ ਤੇ ਕੀ ਬੀਤਦੀ ਹੋਵੇਗੀ ਇੱਕ ਬੰਦਾ ਜ਼ਖਮੀ ਇੱਕ ਕੋਲ ਕੁਝ ਨਹੀਂ ਹੈਗਾ ਉਹਦੇ ਤੇ ਕੀ ਬੀਤਦੀ ਹੋਵੇਗੀ ਪਰ ਪਰਮੇਸ਼ਰ ਦਾ ਵਚਨ ਬਿਆਨ ਕਰਦਾ ਜਦੋਂ ਅਯੂਬ 42 ਅਧਿਆਇ ਪੜ੍ਹ ਕੇ ਵੇਖੋਗੇ ਉਹਨੂੰ ਡਬਲ ਆਸ਼ੀਸ਼ ਮਿਲ ਗਈ ਆ ਸਭ ਬੋਲਾਂਗੇ ਹਾਲੇਲੂਇਆ ਡਬਲ ਆਸ਼ੀਸ਼ ਮਿਲੀ ਆ ਡਬਲ ਉੱਥੇ ਸਾਰੇ ਅਧਿਆਇ ਨੂੰ ਘਰ ਜਾ ਕੇ ਪੜ੍ਹ ਕੇ ਵੇਖਿਓ ਉਹਨੇ ਹੰਝੂਆਂ ਨਾਲ ਬੀਜਿਆ ਤੇ ਕਾਦੇ ਨਾਲ ਵੱਢਿਆ ਮੇਰੀ ਨੇਚਾ ਨਹੀਂ ਕੀਤੀ ਅਮਲ ਕੀਤਾ ਡਰ ਦੇ ਵਿੱਚ ਰਿਹਾ ਉਹਨੇ ਤਾਨਾ ਨਹੀਂ ਮਾਰਿਆ ਪਰ ਅੱਗੋਂ ਕੀ ਅਯੂਬ ਕਹਿੰਦਾ ਹਾਂਜੀ ਪੜ੍ਹਦੇ ਨੇ ਹਾਂ ਪਰ ਉਸਨੇ ਉਹਨੂੰ ਆਖਿਆ ਪਰ ਅਯੂਬ ਅੱਗੋਂ ਆਖਣ ਲੱਗਾ ਹੈ ਜਿਵੇਂ ਝੱਲੀਆਂ ਤੀਵੀਆਂ ਵਿੱਚੋਂ ਕੋਈ ਕਹਿੰਦੇ ਮੂਰਖਾ
ਤੇ ਭਰ ਝੋਲੀਆਂ ਲੈ ਕੇ ਆਉਂਦੀ ਸਾਂ। ਅੱਜ ਤੇਰੇ ਤੇ ਸਮਾਂ ਮਾੜਾ ਆ ਗਿਆ। ਅੱਜ ਮੂਰਖ ਇਸਤਰੀਆਂ ਦੀ ਤਰ੍ਹਾਂ ਬੋਲਦੀ ਹੈ। ਅੱਜ ਝੱਲੀ ਹੋ ਗਈ ਹੈ। ਦੇਖ ਧਿਆਨ ਕਰ, ਉਹੀ ਪਰਮੇਸ਼ਰ ਆ। ਮੈਂ ਤੇ ਇਹ ਗੱਲ ਕਹਿੰਦਾ ਇਹਨੇ ਦਿੱਤਾ, ਇਹਨੇ ਲੈ ਲਿਆ, ਦਾ ਨਾਮ ਕੀ ਆ? ਪਰ ਤੂੰ ਮੂਰਖ ਹੈ। ਤੂੰ ਇਹੋ ਜਿਹੀਆਂ ਗੱਲਾਂ ਨਾ ਕਰ। ਪਰਮੇਸ਼ਰ ਦੇ ਵਿਰੁੱਧ ਨਾ ਜਾ। ਮੇਰੇ ਪਰਮੇਸ਼ਰ ਦੇ ਵਿਰੁੱਧ ਨਾ ਜਾ। ਕਹਿੰਦਾ ਨਾ ਜਾ। 21 ਦੀ ਜਦ 19 ਤੁਸੀਂ ਪੜ੍ਹ ਕੇ ਵੇਖੋਗੇ ਤੇ ਕਹਿੰਦਾ ਮੇਰਾ ਨਿਸਤਾਰਾ ਦੇਣ ਵਾਲਾ ਹਜੇ ਜੂੰਦਾ। ਮੈਂ ਕਿਸੇ ਕੋ ਡਰਦਾ ਕਹਿੰਦਾ ਮੈਂ ਨਹੀਂ ਡਰਦਾ ਮੁਸੀਬਤਾਂ ਤੋਂ। ਮੈਂ ਨਹੀਂ ਡਰਦਾ ਜਿਹੜੇ ਪਹਾੜਾਂ ਤੋਂ ਮਰ ਗਏ ਆ। ਮੈਂ ਜਾਣਦਾ ਇੱਕ ਦਿਨ ਵਾਪਸ ਕਰ ਤੇ ਕੀਤੇ ਨਹੀਂ ਆ। ਕੀਤੇ ਆ। ਸਭ ਬੋਲਾਂਗੇ ਹਾਲੇਲੂਇਆ ਹਾਲੇਲੂਇਆ। ਹੋਰ ਨਾ ਬੋਲਾਂਗੇ ਹਾਲੇਲੂਇਆ ਹਾਲੇਲੂਇਆ। ਪੜ੍ਹਦੇ ਨੇ ਹਾਂ। ਜਿਵੇਂ ਝੱਲੀਆਂ ਤੀਵੀਆਂ ਵਿੱਚੋਂ ਕੋ ਬੋਲਦੀ ਹੈ, ਜਿਵੇਂ ਮੂਰਖ ਤੀਵੀਆਂ ਦੀ ਤਰ੍ਹਾਂ ਤੂੰ ਬੋਲਦੀ ਹੈ, ਤਿਵੇਂ ਤੂੰ ਵੀ ਬੋਲਦੀ ਹੈ। ਤਾਂ ਤੂੰ ਵੀ ਬੋਲਣ ਲੱਗ ਪਈ ਹੈ। ਕੀ ਅਸੀਂ ਚੰਗਾ ਤਾਂ ਪਰਮੇਸ਼ਰ ਕੋਲੋਂ ਕੀ ਗੱਲ ਚੰਗਾ ਜਦ ਮਿਲਦਾ ਆ, ਘਰ ਮਕਾਨ ਬਣ ਗਿਆ, ਇਹ ਤਾਂ ਪਰਮੇਸ਼ਰ ਦਾ ਕੀ ਆ? ਮੋਟਰ ਕਾਰ ਗੱਡੀ ਮਿਲ ਗਈ ਆ, ਪਰਮੇਸ਼ਰ ਦਾ ਕੀ ਆ? ਕਈ ਹੋਰ ਚੀਜ਼ ਵਸਤੂਆਂ ਜਿਸ ਤਰ੍ਹਾਂ ਫਰਿੱਜ ਅਲਮਾਰੀ ਮਿਲ ਗਈ ਆ, ਪਰਮੇਸ਼ਰ ਦਾ ਕੀ ਆ? ਤੇ ਜੇ ਚਲੇ ਗਈ ਤੇ ਫਿਰ ਕੀ? ਬੜਾ ਕੀ ਹੋਇਆ? ਮਨੁੱਖ ਮਰ ਜਾਵੇ ਤੇ ਕੀ ਹੋਇਆ? ਬੜਾ ਹੀ। ਪਰਮੇਸ਼ਰ ਨੇ ਕਿਤੇ ਕਿਹਾ ਮਾੜਾ ਆ? ਇਹ ਕਿੰਨੇ ਕਿਹਾ? ਅਸੀਂ ਕਹਿੰਦੇ ਆ। ਕਦੀ ਵੀ ਗੱਲ ਕਹੀ ਤੂੰ ਦਿੱਤਾ, ਤੂੰ ਲੈ ਲਿਆ, ਤੇਰਾ ਨਾਮ ਕੀ ਆ? ਇਹ ਮੂੰਹ ਚੋਂ ਗੱਲ ਨਿਕਲਦੀ? ਬੜਾ ਹੀ ਔਖਾ ਆ ਸਹਿਣਾ। ਮੇਰੀ ਨੇਚਾ ਨਾਲ ਗੱਲ ਬਣਨੀ। ਸਹਿਣਾ ਪੈਣਾ। ਕਹਿੰਦਾ ਜਿਹੜਾ ਤੇ ਮੇਰਾ ਚੇਲਾ ਆ, ਜਿਹੜਾ ਮੇਰਾ ਆ, ਉਹਨੂੰ ਸਲੀਬ ਆਪਣੀ ਚੁੱਕ ਕੇ ਕਿੱਥੇ ਆਉਣਾ ਪਵੇਗਾ? ਮੇਰੇ ਪਿੱਛੇ। ਕਹਿੰਦਾ ਮੇਰੇ ਮਗਰ ਆਉਣਾ ਪਵੇਗਾ। ਮੈਂ ਅੱਗੇ ਆ। ਕਿਉਂ? ਉਹਨੇ ਕਿਹਾ ਯੂਹੰਨਾ ਦੀ ਇੰਜੀਲ 14 ਅਧਿਆਇ ਬਿਆਨ ਕਰਦੀ ਆ। ਕਹਿੰਦਾ ਮੈਂ ਜਾਣਾ ਆ ਤੁਹਾਡੇ ਲਈ ਨਵਾਂ ਘਰ ਉੱਥੇ ਬਣਾਉਣਾ ਹੈ ਸਵਰਗ ਵਿੱਚ। ਕਹਿੰਦਾ ਮੈਂ ਜਾਣਾ ਆ ਤੁਹਾਡੇ ਲਈ ਜਗ੍ਹਾ ਤਿਆਰ ਕਰਦਾ। ਜਿੱਥੇ ਮੈਂ ਹੋਵਾਂਗਾ ਉੱਥੇ ਕੌਣ ਹੋਵੇਗਾ? ਤੁਸੀਂ ਹੋਵੋਗੇ। ਜਿੱਥੇ ਮੈਂ ਆ ਉੱਥੇ ਕੌਣ ਹੋਵੇਗਾ? ਤੁਸੀਂ ਹੋਵੋਗੇ। ਤੁਹਾਡੀ ਵੀ। ਪਰ ਟਿਕਟ ਕਿੰਨੇ ਲੈਣੀ ਹੈ? ਟਿਕਟ ਕਿੰਨੇ ਲੈਣੀ ਹੈ? ਟਿਕਟ ਤੇ ਆਪ ਹੀ ਲੈਣੀ ਹੈ ਨਾ। ਪਾਸਪੋਰਟ ਤੇ ਸਾਡੇ ਕੋਲ ਆ। ਇਹ ਪਾਸਪੋਰਟ ਆ। ਉੱਤੇ ਮੋਹਰ ਕਿੰਨੇ ਲਵਾਉਣੀ? ਆਪ ਨੂੰ ਲਵਾਉਣੀ ਪੈਣੀ ਹੈ। ਲਵਾਈਏ। ਨੇਚਾ ਇਹਨਾਂ ਦੀ ਕਰੀਏ, ਯਤਨ ਕਰੀਏ ਸਹਿਣ ਦਾ। ਬਹੁਤ ਦੁਨੀਆ ਤਾਨੇ ਮਾਰਦੀ ਆ, ਮਿਹਣੇ ਮਾਰਦੀ ਆ, ਗਾਲਾਂ ਕੱਢਦੀ ਆ, ਵੈਰ ਕਰਦੀ ਆ, ਵਿਰੋਧ ਕਰਦੀ ਆ। ਕਹੋ ਇਹ ਕਾਹਦੇ ਨਾਲ ਹੋ ਰਿਹਾ? ਤੇਰੇ ਨਾਲ ਹੋ ਰਿਹਾ ਭਾਈ। ਕਰ ਤੇ ਸਹਿ। ਜਿਹੜਾ ਸਹਿੰਦਾ ਡਬਲ ਆਸ਼ੀਸ਼ ਨੂੰ ਕੀ ਕਰਦਾ? ਪ੍ਰਾਪਤ ਕਰਦਾ। ਸਭ ਬੋਲਾਂਗੇ ਹਾਲੇਲੂਇਆ। ਪੜ੍ਹਦੇ ਨੇ 10 ਪੜ੍ਹਦੇ ਨੇ ਹਾਂ। ਕੀ ਅਸੀਂ ਚੰਗਾ ਤਾਂ ਪਰਮੇਸ਼ਰ ਕੋਲੋਂ ਲਈਏ? ਕੀ ਗੱਲ ਅਸੀਂ ਚੰਗਾ ਤਾਂ ਪਰਮੇਸ਼ਰ ਕੋਲੋਂ ਮੰਗ ਲੈਨੇ ਹਾਂ, ਔਰ ਬੁਰਾ ਨਾ ਲਈਏ? ਕੀ ਗੱਲ ਬੁਰਾ ਨਾ ਲਈਏ? ਬੁਰਾ ਸਮਾਂ ਆ ਗਿਆ, ਕੀ ਗੱਲ ਉਹਨੂੰ ਸਹੀਏ ਨਾ? ਬੁਰਾ ਵੀ ਸਹਿਣਾ ਪਵੇਗਾ। ਜਿਹੜਾ ਬੁਰੇ ਨੂੰ ਸਵੇਗਾ ਉਹ ਆਸ਼ੀਸ਼ ਨੂੰ ਕੀ ਕਰੇਗਾ? ਜਿਹੜਾ ਇਸ ਬੁਰੇ ਸਮੇਂ ਨੂੰ ਸਵੇਗਾ ਉਹ ਆਸ਼ੀਸ਼ ਨੂੰ ਕੀ ਕਰੇਗਾ? ਪ੍ਰਾਪਤ ਕਰੇਗਾ। ਉਹਨੂੰ ਡਬਲ ਆਸ਼ੀਸ਼ ਮਿਲਣੀ ਆ ਜਿਹਨੇ ਸਹਿਆ, ਜਿਹਨੇ ਤਨ ਤੇ ਸਹਿਆ, ਜਿਹਨੇ ਮਿਹਣੇ ਸਹਿ। ਤੇ ਜਿਹਨੇ ਸਹਿਆ ਕੁਝ ਨਾ, ਉਹ ਅੱਜ ਵੀ ਹੈਗੇ ਤੇ ਕੱਲ ਵੀ ਹੈਗਾ। ਕਹਿੰਦਾ ਨਹੀਂ ਆਪਣੀ ਕੀ ਕਰ ਲਾ ਮਜ਼ਬੂਤ। ਲੱਖ ਤੂਫਾਨ ਆਉਣਗੇ, ਹਨੇਰੀਆਂ ਆਉਣਗੇ, ਜੇਕਰ ਨੀਂਹ ਡੂੰਗੀ ਹੋਈ ਤੇ ਕੁਝ ਵੀ ਵਿਗੜਨਾ ਨਹੀਂ। ਤੇ ਜੇਕਰ ਨੀਂਹ ਰੇਤ ਤੇ ਹੋਈ, ਇੱਕ ਹੀ ਤਾਨੇ ਨਾਲ ਉਹਨੇ ਭੱਜ ਸੰਗਤੀ ਛੱਡ, ਪਰਮੇਸ਼ਰ ਨੂੰ ਛੱਡ ਜਾਣਾ ਆ। ਉਹਨੇ ਕਹਿਣਾ ਨਹੀਂ ਮੈਂ ਬੜੀ ਪ੍ਰਾਰਥਨਾ ਕਰਦੀ ਸਾਂ ਪਰ ਮੈਨੂੰ ਤੇ ਤੰਦਰੁਸਤੀ ਮਿਲੀ ਨਹੀਂ। ਉਹ ਜਾਣੇ ਇਨਸਾਨ ਵੀ ਕਹਿੰਦਾ ਮੈਨੂੰ ਕੋਈ ਵੀ ਤੰਦਰੁਸਤੀ ਇਹਦੇ ਵਿੱਚ ਆਉਣ ਦੇ ਨਾਲ ਮੈਨੂੰ ਕੋਈ ਫਾਇਦਾ ਨਹੀਂ ਆ, ਪਰ ਵਿਸ਼ਵਾਸ ਉਹ ਕਰੇ ਉਹਨੂੰ ਜ਼ਿਆਦਾ ਫਾਇਦਾ ਹੋਵੇਗਾ। ਪਰਮੇਸ਼ਰ ਦਾ ਵਚਨ ਐਸੇ ਸਮਝਾਉਣਾ ਕਰਦਾ ਆ। ਕਹਿੰਦਾ ਜਿਹੜਾ ਸਹਿ ਲੈਂਦਾ ਉਹ ਡਬਲ ਆਸ਼ੀਸ਼ ਨੂੰ ਕੀ ਕਰ ਲੈਂਦਾ ਹੈ? ਡਬਲ ਆਸ਼ੀਸ਼ ਨੂੰ ਕੀ ਕਰ ਲੈਂਦਾ ਹੈ? ਪ੍ਰਾਪਤ ਕਰ ਲੈਂਦਾ। ਸਭ ਬੋਲਾਂਗੇ ਹਾਲੇਲੂਇਆ। ਉਹਨਾਂ ਬੋਲਾਂਗੇ ਹਾਲੇਲੂਇਆ। ਅੱਜ ਤੋਂ ਬਾਅਦ ਮੇਰੀ ਨੇਚਾ ਕਰਨੀ ਅੱਜ ਤੋਂ ਬਾਅਦ ਮੇਰੀ ਨੇਚਾ ਕਰਨੀ ਕੀ ਕਰਨਾ ਹੈ? ਵਿਸ਼ਵਾਸ। ਤੇ ਜਿਹੜਾ ਵਿਸ਼ਵਾਸ ਕਰਦਾ ਉਹ ਕੀ ਕਰਦਾ ਹੈ? ਉਹ ਕੀ ਕਰਦਾ? ਆਸ਼ੀਸ਼ ਨੂੰ ਕੀ ਕਰਦਾ ਹੈ? ਜ਼ੋਰ ਨਾਲ ਬੋਲਾਂਗੇ। ਆਸ਼ੀਸ਼ ਨੂੰ ਕੀ ਕਰਦਾ ਹੈ? ਆਸ਼ੀਸ਼ ਨੂੰ ਕੀ ਕਰਦਾ ਹੈ? ਆਸ਼ੀਸ਼ ਨੂੰ ਕੀ ਕਰਦਾ ਹੈ? ਜਦੋਂ ਦੁੱਖਾਂ ਨੂੰ ਕੀ ਕਰਦਾ ਹੈ? ਜਦੋਂ ਦੁੱਖਾਂ ਨੂੰ ਕੀ ਕਰਦਾ ਹੈ? ਜਦੋਂ ਦੁੱਖਾਂ ਨੂੰ ਕੀ ਕਰਦਾ ਹੈ? ਸਹਿੰਦਾ ਹੈ। ਜਦੋਂ ਦੁੱਖਾਂ ਨੂੰ ਸਹਿੰਦਾ ਹੈ ਪਰਮੇਸ਼ਰ ਥੋੜਾ ਜਿਹਾ ਸਾਈਡ ਤੇ ਹੋ ਜਾਂਦਾ ਏ। ਮਾਫ ਕਰਨਾ ਜਦੋਂ ਤਾਨੇ ਤੁਹਾਨੂੰ ਵੱਜਣੇ ਨਾ ਉਹਨੇ ਵੇਖਣਾ, ਤੁਹਾਨੂੰ ਪਰਤਾ ਕੇ ਵੇਖਣਾ। ਆਓ ਵਚਨ 1 ਔਰ 2 ਪੜ੍ਹ ਕੇ ਵੇਖਦੇ ਹਾਂ। ਯਸ਼ਾਇਆ ਉਸਦਾ 54 ਅਧਿਆਏ ਉਹਦੀ 7 ਤੇ 8 ਐਤ। ਸਿਰਫ 7 ਤੇ 8 ਐਤ। ਯਸ਼ਾਇਆ ਦੀ ਪੁਸਤਕ ਉਸਦਾ 54 ਅਧਿਆਏ ਉਸਦੀ 7 ਔਰ 8 ਐਤ ਪੜ੍ਹਦੇ ਨੇ ਹਾਂ। ਪਲਕ ਲਈ ਮੈਂ ਤੈਨੂੰ ਤਿਆਗਿਆ ਹੈ। ਕਹਿੰਦਾ ਥੋੜੇ ਜਿਹੇ ਸਮੇਂ ਦੇ ਲਈ ਮੈਂ ਕੀ ਹੋ ਗਿਆ? ਥੋੜੇ ਜਿਹੇ ਸਮੇਂ ਦੇ ਲਈ ਮੈਂ ਕੀ ਹੋ ਗਿਆ?
ਕਹਿੰਦਾ ਥੋੜੇ ਜਿਹੇ ਸਮੇਂ ਦੇ ਲਈ ਪਲਕ ਦੇ ਲਈ ਮੈਂ ਤੈਨੂੰ ਤਿਆਗਿਆ। ਕਹਿੰਦਾ ਥੋੜੇ ਜਿਹੇ ਸਮੇਂ ਦੇ ਲਈ ਤੈਨੂੰ ਮੈਂ ਛੱਡ ਦਿੱਤਾ। ਵਚਨ ਕੀ ਕਹਿੰਦਾ ਹੈ? ਹਾਂਜੀ ਪੜ੍ਹਦੇ ਨੇ ਹਾਂ। ਪਲਕ ਲਈ ਹੀ ਮੈਂ ਤੈਨੂੰ ਤਿਆਗਿਆ ਹੈ, ਪਲਕ ਦੇ ਲਈ ਥੋੜੇ ਜਿਹੇ ਸਮੇਂ ਦੇ ਲਈ ਮੈਂ ਸਾਈਡ ਤੇ ਹੋ ਗਿਆ, ਪਰ ਵੱਡੀਆਂ ਰਹਿਮਤਾਂ ਨਾਲ ਮੈਂ ਵੱਡੀਆਂ ਆਸ਼ਾਵਾਂ ਦੇ ਨਾਲ ਤੈਨੂੰ ਨਿਹਾਲ ਕਰ ਦੇਵਾਂਗਾ। ਸਭ ਬੋਲਾਂਗੇ ਹਾਲੇਲੂਇਆ। ਵੱਡੀਆਂ ਆਸ਼ਾਵਾਂ ਦੇ ਨਾਲ ਤੈਨੂੰ ਕੀ ਕਰ ਦੇਵਾਂਗਾ? ਨਿਹਾਲ ਕਰ ਦੇਵਾਂਗਾ, ਖੁਸ਼ ਕਰ ਦੇਵਾਂਗਾ। ਪਰ ਥੋੜਾ ਜਿਹਾ ਸਹਿ ਕੇ, ਪਰ ਥੋੜਾ ਜਿਹਾ ਸਹਿ ਕੇ, ਇਹਦਾ ਵੱਡੀਆਂ ਆਸ਼ਾਵਾਂ ਦੇ ਨਾਲ ਤੈਨੂੰ ਖੁਸ਼ ਕਰ ਦੇਵਾਂਗਾ। ਪਰ ਥੋੜਾ ਜਿਹਾ ਕੀ ਕਰ, ਅਯੂਬ ਨੇ ਸਹਿ ਲਿਆ ਤੇ ਉਹਨੂੰ ਡਬਲ ਆਸ਼ੀਸ਼ ਮਿਲ। ਉਹਨੇ ਸਿਆਇਆ, ਉਹਨੇ ਤਨ ਤੇ ਸਿਆਇਆ, ਮੇੜਿਆਂ ਨੂੰ ਸਿਆਇਆ ਤੇ ਕਹਿੰਦਾ ਉਹਨੇ ਵੱਡੀਆਂ ਰਹਿਮਤਾਂ ਨੂੰ ਕੀ ਕਰ ਲਿਆ? ਪ੍ਰਾਪਤ ਕੀਤਾ ਹੈ। ਕਹਿੰਦਾ ਪਲਕ ਦੇ ਲਈ ਥੋੜੇ ਜਿਹੇ ਸਮੇਂ ਦੇ ਲਈ ਮੈਂ ਸਾਈਡ ਤੇ ਹੋ ਜਾਣਾ ਆ ਤੇ ਬਹੁਤੀਆਂ ਰਹਿਮਤਾਂ ਦੇ ਨਾਲ ਤੁਹਾਨੂੰ ਖੁਸ਼ ਕਰ ਦੇਣਾ। ਹਾਂਜੀ ਅੱਗੇ ਪੜ੍ਹਦੇ ਨੇ, ਹੱਥ ਪੜ੍ਹਦੇ ਨੇ ਹਾਂ। ਕੋਪ ਦੇ ਹੱਥ ਵਿੱਚ ਮੈਂ ਆਪਣਾ ਮੂੰਹ ਪਲਕ ਲਈ ਤੇਥੋਂ ਲਗਾਇਆ। ਕਹਿੰਦਾ ਜਦੋਂ ਪੂਰੇ ਦਿਨ ਤੋਂ ਤਾਨੇ ਵੱਜਦੇ ਸੀ ਨਾ, ਮਿਹਣੇ ਵੱਜਦੇ ਸੀ, ਹੜ ਆ ਗਿਆ ਤੇਰੇ ਤੇ ਮੁਸੀਬਤਾਂ ਦਾ, ਕਸ਼ਟ ਆ ਗਿਆ ਤੇਰੇ ਤੇ ਇਹੋ ਜਿਹੇ ਮੁਸੀਬਤਾਂ ਦੇ, ਕਹਿੰਦਾ ਮੈਂ ਕੀ ਹੋ ਗਿਆ? ਥੋੜਾ ਜਿਹਾ ਪਰਾਂ ਹੋ ਗਿਆ। ਪਰਮੇਸ਼ਰ ਆਪ ਹੀ ਸਭ ਕੁਝ ਕਰਦਾ। ਹਾਂਜੀ ਪੜ੍ਹਦੇ ਨੇ, ਦੁਬਾਰਾ ਪੜ੍ਹਦੇ ਨੇ। ਕੋਪ ਦੇ ਹੱਥ ਵਿੱਚ ਮੈਂ ਆਪਣਾ ਮੂੰਹ ਪਲਕ ਲਈ ਤੇਥੋਂ ਕਹਿੰਦਾ ਲਗਾਇਆ, ਪਲਕ ਦੇ ਲਈ ਇਹੋ ਜਿਹੀਆਂ ਮੁਸੀਬਤਾਂ ਦੇ ਵਿੱਚ ਥੋੜਾ ਜਿਹਾ ਮੈਂ ਸਾਈਡ ਤੇ ਹੋ ਗਿਆ, ਪਰ ਸਦੀਕ ਦਇਆ ਨਾਲ ਤੇਰੇ ਉੱਤੇ ਰਹਿਮ ਕਰਾਂਗਾ। ਕਹਿੰਦਾ ਤੇਰੇ ਤੇ ਰਹਿਮ ਕਰਾਂਗਾ। ਸਭ ਬੋਲਾਂਗੇ ਹਾਲੇਲੂਇਆ, ਹਾਲੇਲੂਇਆ। ਤੇਰੇ ਤੇ ਰਹਿਮ ਕਰਾਂਗਾ, ਤੇਰੇ ਤੇ ਤਰਸ ਕਰਾਂਗਾ। ਵਚਨ ਐਸੇ ਸਮਝਾਉਣਾ ਕਰਦਾ। 17 ਐਤ ਪੜ੍ਹਦੇ ਨੇ ਹਾਂ। 17 ਪੜ੍ਹ ਕੇ ਸਮਾਪਤੀ ਕਰਾਂਗੇ। ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਸਭ ਬੋਲਾਂਗੇ ਹਾਲੇਲੂਇਆ, ਹਾਲੇਲੂਇਆ। ਇਹ ਜਦੋਂ ਤੁਸੀਂ ਤਾਨਿਆਂ ਨੂੰ, ਮਿਹਣਿਆਂ ਨੂੰ ਸਹੋਗੇ, ਕੋਈ ਵੀ ਤੁਹਾਡੇ ਵਿਰੁੱਧ ਹੋਵੇਗਾ, ਪਰਮੇਸ਼ਰ ਦਾ ਵਚਨ ਬਿਆਨ ਕਰਦਾ, ਕੋਈ ਹਥਿਆਰ ਲੈ ਕੇ ਖੜਾ ਹੋ ਜਾਵੇ, ਕਹਿੰਦਾ ਉਹ ਸਾਰਾ ਹੀ ਨਿਸ਼ਫਲ ਕਰ। ਕਹਿੰਦਾ ਕੋਈ ਹਥਿਆਰ ਤੁਹਾਡੇ ਵਿਰੁੱਧ ਉੱਠੇਗਾ। ਕਿਦੋਂ ਇਹ ਉੱਠਦਾ ਆ? ਮਾੜੀ ਜੀ ਗੱਲ ਹੁੰਦੀ, ਨਿੱਕੀ ਜੀ ਗੱਲ ਤੋਂ ਬੜੇ ਬੜੇ ਕੰਮ ਹੋ ਜਾਂਦੇ ਆ। ਨਿੱਕੀ ਨਿੱਕੀ ਗੱਲ ਤੋਂ ਬੜੇ ਬੜੇ ਕੰਮ ਹੋ ਜਾਂਦੇ ਆ। ਮਾਫ ਕਰਨਾ ਘਰਾਂ ਵਾਲੇ ਕਰਿਆ, ਸਭਨਾਂ ਨੂੰ ਪਤਾ ਨਿੱਕੀ ਜੀ ਗੱਲ ਤੋਂ ਪਹਾੜ ਬਣ ਜਾਂਦਾ। ਉਹ ਸਹਿਣਾ ਨਹੀਂ ਚਾਹੁੰਦੇ ਤੇ ਸਹਿਣਾ ਅੱਜ ਤੋਂ ਬਾਅਦ ਪਰਿਵਾਰਾਂ ਵਾਲੇ ਇਹ ਸਭ, ਜਦੋਂ ਤੁਸੀਂ ਆਪ ਬਚੋਗੇ ਤੁਹਾਡਾ ਘਰਾਣਾ ਕੀ ਹੋਵੇਗਾ? ਤੁਹਾਡਾ ਘਰਾਣਾ ਕੀ ਹੋਵੇਗਾ? ਇੱਕ ਦੂਜੇ ਦੀ ਸਹਿਮਤੀ ਦੇ ਨਾਲ ਕੰਮ ਕਰਨਾ ਹੈ। ਕਹਿੰਦਾ ਪਲਕ ਦੇ ਲਈ ਮੈਂ ਤੁਹਾਨੂੰ ਤਿਆਗਿਆ, ਬਹੁਤੀਆਂ ਰਹਿਮਤਾਂ ਦੇ ਨਾਲ ਇਕੱਠੀਆਂ ਕਰਾਂਗਾ। ਕਹਿੰਦਾ ਇਕੱਠੀਆਂ ਕਰਾਂਗਾ। ਕਹਿੰਦਾ ਇਹੋ ਜਿਹੀ ਮੁਸੀਬਤਾਂ ਦਾ ਹੜ ਆ ਜਾਵੇਗਾ, ਪਰ ਕਹਿੰਦਾ ਤੁਸੀਂ ਕਹਿੰਦਾ ਡੋਲਣਾ ਨਹੀਂ ਆ। ਕਹਿੰਦਾ ਹਮੇਸ਼ਾ ਦੀ ਜ਼ਿੰਦਗੀ ਕੀ ਕਰੋਗੇ? ਹਮੇਸ਼ਾ ਦੀ ਜ਼ਿੰਦਗੀ ਉਦੋਂ ਮਿਲਦੀ ਆ, ਪਰ ਕਹਿੰਦਾ ਕੋਈ ਵੀ ਤੁਹਾਡੇ ਵਿਰੁੱਧ ਹਥਿਆਰ ਚੱਲੇ, ਕੋਈ ਚਲਾਵੇ ਤੇ ਤੁਹਾਡੇ ਵਿਰੁੱਧ ਚੱਲੇਗਾ ਉਦੋਂ ਨਹੀਂ ਚੱਲਦਾ। ਜਦੋਂ ਸਾਡਾ ਭਰੋਸਾ ਪਰਮੇਸ਼ਰ ਤੇ ਹੁੰਦਾ ਤੇ ਅਸੀਂ ਤਾਨਿਆਂ ਤੇ ਮਿਹਨਤ ਕਰਦੇ ਆ, ਸਹਿ ਲੈਂਦੇ ਆ। ਮਾਫ ਕਰਨਾ, ਇਹਦੋਂ ਵੱਡੀ ਕੋਈ ਉਦਾਹਰਨ ਨਹੀਂ ਹੈਗੀ, ਇਹਦੋਂ ਵੱਡਾ ਕੋਈ ਦ੍ਰਿਸ਼ਟਾਂਤ ਨਹੀਂ ਹੈਗਾ। ਯਿਸੂ ਮਸੀਹ ਤੋਂ ਵੱਡਾ ਕੋਈ ਦ੍ਰਿਸ਼ਟਾਂਤ ਹੈਗਾ? ਯਿਸੂ ਮਸੀਹ ਨੇ ਆਪਣੇ ਤਨ ਤੇ 39 ਕੋਰੜੇ ਖਾਲੇ ਆ, ਪਰ ਜਦੋਂ ਸਲੀਬ ਤੇ ਵੀ ਚਾੜੇ ਗਿਆ, ਉਹਨੇ ਇੱਕ ਹੀ ਗੱਲ ਕੀਤੀ ਆ, ਪ੍ਰਭੂ ਇਹਨਾਂ ਨੂੰ ਕੀ ਕਰਦੇ? ਇਹ ਜਾਣਦੇ, ਇਹਨਾਂ ਨੂੰ ਮਾਫ ਕਰਦੇ, ਇਹ ਜਾਣਦੇ। ਅਸੀਂ ਵੀ ਇਹੋ ਸੁਭਾਅ ਰੱਖੀਏ, ਅਸੀਂ ਵੀ ਇਹ ਸੁਭਾਅ ਰੱਖੀਏ। ਜੇਕਰ ਅਗਲੇ ਤੋਂ ਕੋਈ ਗਲਤੀ ਹੋ ਗਈ ਆ, ਉਹਨੂੰ ਕਹੋ ਇਹ ਜਾਣਦਾ, ਪ੍ਰਭੂ ਇਹਨੂੰ ਕੀ ਕਰਦੇ? ਇਹ ਜਾਣਦਾ ਨਹੀਂ ਸੀ। ਜੇਕਰ ਦੋਵੇਂ ਜੀ ਬੈਠੇ ਜੇ, ਉਹਨੂੰ ਬੜੇ ਆਪਣੇ ਪਿਆਰ ਦੇ ਵਿੱਚ, ਸਤਿਕਾਰ ਦੇ ਵਿੱਚ ਉਹਨੂੰ ਕਹੋ ਭਾਈ ਅਸੀਂ ਪਰਮੇਸ਼ਰ ਦੇ ਕੀ ਜਾ ਰਹੇ ਆ? ਵਿਰੋਧ ਆ। ਜਦੋਂ ਅਸੀਂ ਪਰਮੇਸ਼ਰ ਦੇ ਵਿਰੁੱਧ ਹੋ ਗਏ ਤੇ ਅਸੀਂ ਕਾਮਯਾਬ ਹੋਣਾ ਨਹੀਂ। ਉਹਨੂੰ ਕਹੋ। ਤੇ ਜੇਕਰ ਕਈ ਇਹੋ ਜਿਹੇ ਵੀ ਹੈਗੇ, ਮੈਂ ਵੇਖੇ ਆ, ਮਾਫ ਕਰਨਾ, ਇੱਕ ਥਾਂ ਤੇ ਗਵਾਹੀ ਸੁਣੀ ਆ, ਦੋ ਜੀ ਆ, ਪ੍ਰਾਰਥਨਾ ਵੀ ਬਹੁਤ ਕਰਦੇ ਆ। ਇੱਕ ਇੱਥੇ ਤੇ ਕਹੋ, ਪਹਿਲਾ ਪਤਰਸ 3 ਅਧਿਆਇ 7 ਐਤ ਬਿਆਨ ਕਰਦੀ ਆ। ਪੜ੍ਹ ਕੇ ਵੇਖਣ ਤੇ ਪੜ੍ਹ ਵੀ ਸਕਦੇ ਜੀ। ਜਿਹੜੇ ਦੋਵੇਂ ਜੀ ਆ, ਜੇਕਰ ਇਹੋ ਜਿਹਾ ਕੰਮ ਕਰਦੇ ਆ ਤੇ ਪ੍ਰਾਰਥਨਾ ਸਵਰਗ ਤੱਕ ਪਹੁੰਚਦੀ ਨਹੀਂ। ਸਵਰਗ ਤੱਕ ਨਹੀਂ ਜਾਂਦੀ, ਪ੍ਰਿਥਵੀ ਤੇ ਰਹਿੰਦੀ ਆ। ਜੇਕਰ ਪੰਜ ਜੀ ਇਕੱਠੇ ਹੋ ਕੇ ਕੀ ਕਰਿਆ ਕਰੋ? ਜੇਕਰ ਕੋਈ ਮੁਸੀਬਤ ਆ ਗਈ ਤੇ ਮੁਸੀਬਤ ਆ ਕੀ ਕਰੋ? ਜੇਕਰ ਇੱਕ ਜੀ ਵਿਰੁੱਧ ਹੋ ਗਿਆ ਤੇ ਚਾਰ ਜੀਆਂ ਨੂੰ ਕੀ ਹੋਣਾ ਚਾਹੀਦਾ? ਇਕੱਠੇ ਹੋਣਾ ਚਾਹੀਦਾ ਵੀ ਇਹਦਾ ਕੀ ਕਰੀਏ? ਮਸਲਾ ਕੋਈ ਹੱਲ ਕਰੀਏ, ਪਿਆਰ ਵਿਖਾਓ। ਜੇਕਰ ਅਗਲਾ ਮੁਸੀਬਤ ਦੇ ਵਿੱਚ ਪੈ ਗਿਆ ਆ, ਉਹਦਾ ਸਾਥ ਦਿਓ ਤਾਂ ਜੋ ਮੁਸੀਬਤ ਤੋਂ ਬਚ ਜਾਵੇ। ਬਚਾਉਣਾ ਹੈ ਕਿਸੇ ਨੂੰ, ਤੁਹਾਨੂੰ ਤਾਂ ਪਰਮੇਸ਼ਰ ਨੇ ਤੇ ਮੈਨੂੰ ਤਾਂ ਜਿਉਂਦਾ ਰੱਖਿਆ ਆ। ਜੇ ਆਪਾਂ ਹੀ ਇੱਕ ਦੂਜੇ ਨੂੰ ਤਾਨੇ ਮਾਰ ਕੇ, ਮਿਹਣੇ ਮਾਰ ਕੇ ਖਤਮ ਕਰ ਦੇਣਾ ਤੇ ਸਾਡਾ ਪ੍ਰਿਥਵੀ ਤੇ ਜਿਉਂਦਾ ਰਹਿਣਾ ਵੀ ਕੋਈ ਚੰਗਾ ਹੈਗਾ ਨਹੀਂ। ਆਪ ਬਚ ਤੇ ਆਪਣਾ ਨਾਲ ਘਰਾਣਾ ਬਚਾ ਲੈਣਾ ਆ। ਆਪ ਵੀ ਬਚਣਾ ਤੇ ਘਰਾਣੇ ਨੂੰ ਵੀ ਕੀ ਕਰ ਲੈਣਾ? ਆਪ ਵੀ ਬਚਣਾ ਤੇ ਘਰਾਣੇ ਨੂੰ ਵੀ ਕਰ ਲੈਣਾ? ਬਚਾਉਣਾ। ਮੇਰੀ ਲੇਚਾ ਹੀ ਨਹੀਂ ਕਰਨੀ, ਸਗੋਂ ਇਹਨਾਂ ਤਾਨਿਆਂ ਨੂੰ ਵੀ ਕਰਨਾ ਹੈ। ਹਾਂਜੀ ਭੈਣਾਂ ਮੇਰੀਆਂ, ਕਈ ਭੈਣਾਂ ਮੇਰੀਆਂ ਜਿਹੜੀਆਂ ਨੇ, ਉਹਨਾਂ ਨੂੰ ਚਲੇ ਗਿਆ ਵਚਨ, ਥੋੜਾ ਜਿਹਾ ਦੂਰ ਚਲਿਆ ਗਿਆ। ਉਹ ਖੇਡ ਰਹੀਆਂ ਨਿਆਣਿਆਂ ਦੇ ਨਾਲ। ਵਚਨ ਕੀ ਕਹਿ ਰਿਹਾ? ਤਾਨੇ ਮਿਹਣੇ ਨੂੰ ਕੀ ਕਰਨਾ ਹੈ?
ਵੇਖ ਲੈਂਦੇ ਆ ਕਿੰਨੀ ਕੁ ਆਵਾਜ਼ ਹੈ। ਤਾਨੇ ਮੇਣੇ ਨੂੰ ਕੀ ਕਰਨਾ ਹੈ? ਤਾਨੇ ਮੇਣੇ ਨੂੰ ਕੀ ਕਰਨਾ ਹੈ? ਮੁਸੀਬਤਾਂ ਨੂੰ ਕੀ ਕਰਨਾ ਹੈ? ਮੁਸੀਬਤਾਂ ਨੂੰ ਕੀ ਕਰਨਾ ਹੈ? ਸਹਿਣਾ ਹੈ। ਅਯੂਬ ਤੋਂ ਵੱਡੀ ਵੀ ਕੋਈ ਮੁਸੀਬਤ ਪੈਣੀ ਨਹੀਂ ਤੇ ਨਾ ਹੀ ਪਰਮੇਸ਼ਰ ਨੇ ਪਾਉਣੀ ਆ। ਯਾਕੂਬ 1:12 ਐਤ ਬਿਆਨ ਕਰਦੀ ਹੈ, ਕਹਿੰਦਾ ਧੰਨ ਆ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ, ਜੀਵਨ ਦਾ ਮੁਕਟ ਉਸ ਨੂੰ ਮਿਲ। ਕਹਿੰਦਾ ਧੰਨ ਆ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ, ਜੀਵਨ ਦਾ ਮੁਕਟ ਉਸ ਨੂੰ। ਜਦੋਂ ਯਾਕੂਬ 1 ਤੇ ਉਹਦੀ 2 ਐਤ ਪੜ੍ਹ ਕੇ ਵੇਖਦਾ ਹੈ ਨਾ, ਉੱਥੇ ਕਹਿੰਦਾ ਆ, ਇਹ ਭਰਾਵੋ ਭਾਤ ਭਾਤ ਦੇ ਪਰਤਾਵਿਆਂ ਤੋਂ, ਸਗੋਂ ਭਾਤ ਭਾਤ ਦੇ ਪਰਤਾਵਿਆਂ ਨੂੰ ਪੂਰਨ ਤੇ ਆਨੰਦਤਾਈ ਦੀ ਕੀ ਜਾਣੋ ਗੱਲ। ਕਹਿੰਦਾ ਜਦੋਂ ਪਰਤਾਵੇ ਇਹੋ ਜਿਹੇ ਪੈ ਜਾਣ ਨਾ ਤਾਨੇ ਮਿਹਣੇ, ਤੇ ਕਹਿੰਦਾ ਖੁਸ਼ ਹੋਇਆ ਕਰੋ, ਖੁਸ਼ ਹੋਇਆ ਕਰੋ। ਖੁਸ਼ ਹੋ ਸਕਦਾ ਕੋਈ? ਕਹਿੰਦੇ ਖੁਸ਼ ਹੋ ਸਕਦੇ? ਖੁਸ਼ ਹੋ ਸਕਦੇ? ਹੋਣੇ ਖੁਸ਼ੀ ਸਾਰੇ। ਸਭ ਲਗਾ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਪੜ੍ਹ ਕੇ ਦੱਸ ਦਿਓ। ਯਾਕੂਬ 1 ਦੀ 2 ਐਤ ਪੜ੍ਹਦੇ ਨੇ ਹਾਂ। ਯਾਕੂਬ 1 2 ਐਤ ਪੜ੍ਹਦੇ ਨੇ ਹਾਂ। ਜਿਹਨੂੰ ਵੀ ਮਿਲ ਗਿਆ ਉਹ ਵੀ ਪੜ੍ਹ ਸਕਦਾ। ਇਹ ਮੇਰੇ ਭਰਾਵੋ, ਇਹ ਮੇਰੇ ਭਰਾਵੋ, ਜਾਂ ਤੁਸੀਂ ਭਾਂਤ ਭਾਂਤ ਦੇ ਪਰਤਾਵੇਂ ਵਿੱਚ ਪਵੋ, ਜਦ ਤੁਹਾਡੇ ਤੇ ਇਹੋ ਜਿਹੀਆਂ ਮੁਸੀਬਤਾਂ ਕਸ਼ਟ ਪੈ ਜਾਣਾ, ਤਾਂ ਇਹਨੂੰ ਪੂਰਨ ਆਨੰਦ ਦੀ ਗੱਲ ਜਾਣੋ। ਕਹਿੰਦਾ ਵਿਆਹ ਜਿੰਨੀ ਖੁਸ਼ੀ ਮਨਾ ਸਕਦੇ ਹੋਣਾ? ਹਾਂਜੀ, ਆਇਆ ਦੁੱਖ ਹੋਵੇ ਤੇ ਵਿਆਹ ਜਿੰਨੀ ਖੁਸ਼ੀ ਹੋ ਸਕਦੀ? ਪਰ ਵਚਨ ਕਹਿ ਰਿਹਾ ਇਸ ਤਰ੍ਹਾਂ ਸਾਨੂੰ ਹੋਣਾ, ਇਸ ਤਰ੍ਹਾਂ ਸਾਨੂੰ ਹੋਣਾ ਚਾਹੀਦਾ ਆ। ਕਹਿੰਦਾ ਭਾਤ ਭਾਤ ਦੇ ਪਰਤਾਵਿਆਂ ਨੂੰ ਪੂਰਨ ਤੇ ਆਨੰਦਤਾਈ ਦੀ ਕੀ ਜਾਣੋ। ਕਹਿੰਦਾ ਵਿਆਹ ਜਿੰਨੀ ਖੁਸ਼ੀ ਹੋਣੀ ਚਾਹੀਦੀ ਆ। ਪ੍ਰਭੂ ਦੁੱਖ ਤੇਰਾ ਕੀ ਹੈ? ਇਹ ਤੂੰ ਦਿੱਤਾ ਆ, ਹੋਰ ਕਿਸੇ ਦਿੱਤਾ? ਜਦੋਂ ਤੁਸੀਂ ਵਚਨ ਪੜੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਿਉਂ ਇਹ ਕਰੀਦਾ। ਕਿਉਂਕਿ ਵਿਵਸਥਾ 32 ਅਧਿਆਇ 39 ਐਤ ਬਿਆਨ ਕਰਦੀ ਆ, ਕਹਿੰਦਾ ਮਾਰਨ ਵਾਲਾ ਤੂੰ ਆ, ਸੱਟ ਲਾਉਣ ਵਾਲਾ ਤੂੰ ਆ, ਨਰੋਇਆ ਕਰਨ ਵਾਲਾ ਤੂੰ ਆ। ਕਹਿੰਦਾ ਤੇਰੇ ਤੋਂ ਬਿਨਾ ਹੋਰ ਕੋਈ ਪਰਮੇਸ਼ਰ ਨਹੀਂ ਹੈਗਾ। ਕਹਿੰਦਾ ਜਿਹੜਾ ਮੇਰੇ ਹੱਥ ਤੈਨੂੰ ਕੀ ਕਰੂਗਾ? ਪਰਮੇਸ਼ਰ ਕਹਿੰਦੇ ਆ। ਅਯੂਬ ਉਹਦਾ 5:18 ਤੇ ਬਿਆਨ ਕਰਦੀ ਆ, ਕਹਿੰਦਾ ਸੱਟ ਲਾਉਣ ਵਾਲਾ ਤੂੰ, ਘਾਇਲ ਕਰਨ ਵਾਲਾ ਤੂੰ ਆ, ਤੇ ਪੱਟੀਆਂ ਬੰਨਣ ਵਾਲਾ ਕੌਣ ਆ? ਕਹਿੰਦਾ ਕੂਚ 4 10-11 ਐਤ ਬਿਆਨ ਕਰਦੀ ਆ, ਕਹਿੰਦਾ ਅੰਨਾ ਤੇ ਲੰਗਾ ਲੂਲਾ ਬਣਾਉਣ ਵਾਲਾ ਕੌਣ ਆ? ਇਹ ਪਤਾ ਲੱਗ ਗਿਆ ਨਾ ਕਿ ਤੂੰ ਹੀ। ਮੁਸੀਬਤ ਆਈ ਤੇ ਕਿਹਨੂੰ ਆਈ? ਅੰਨਾ ਕੋਈ ਹੋ ਗਿਆ ਤੇ ਕਿਹਨੂੰ ਕੌਣ ਹੋ ਗਿਆ? ਭਾਈ ਇਹ ਤੇਰਾ ਹੀ ਕੰਮ ਆ, ਤੇਰਾ ਹੀ ਕੰਮ। ਤੁਸੀਂ ਆਪ ਕਹਿੰਦੇ ਆ ਅੰਨਾ ਲੰਗਾ ਲੂਲਾ ਬਣਾਉਣ ਵਾਲਾ ਮੈਂ ਆ, ਬਣਾਇਆ ਹੀ ਤੇ ਤੇਰਾ। ਕਹਿੰਦਾ ਤੇਰਾ ਧੰਨਵਾਦ ਹੈ। ਹੁਕਮ ਮੰਨਣਾ ਪਵੇਗਾ, ਇਹਨੂੰ ਸਹਿਣਾ। ਵਚਨ ਥੋੜਾ ਜਿਹਾ ਹੋਰ ਵੀ ਬੜੀਆਂ ਜ਼ਿਆਦੀਆਂ ਆਤਾਂ ਹੈਗੀਆਂ ਇਸੇ ਟੌਪਿਕ ਤੇ ਹੀ, ਪਰ ਜਿਹੜੇ ਥੱਕ ਗਏ ਜ਼ੋਰ ਨਾਲ ਬੋਲਣਗੇ ਹਾਲੇਲੂਇਆ। ਜਿਹੜੇ ਜਾਗਦੇ ਜ਼ੋਰ ਨਾਲ ਬੋਲਣਗੇ ਹਾਲੇਲੂਇਆ। ਜਿਹੜੇ ਜਾਗਦੇ ਆ, ਜਾਗਦੇ ਸਾਰੇ ਫਿਰ ਹੁਣ ਜ਼ੋਰ ਨਾਲ ਬੋਲਾਂਗੇ ਹਾਲੇਲੂਇਆ। ਬੋਲਾਂਗੇ ਹਾਲੇਲੂਇਆ। ਇਸ ਕਰਕੇ ਤੁਸੀਂ ਨਿਸ਼ਚੈ ਹੀ ਨਹੀਂ ਕਰਨੀ ਹੈ ਇਹਨਾਂ ਮੁਸੀਬਤਾਂ ਦਾ ਕੀ ਕਰਨਾ ਹੈ। ਪ੍ਰਭੂ ਯਿਸੂ ਮਸੀਹ ਤੋਂ ਵੱਡੀ ਕੋਈ ਦ੍ਰਿਸ਼ਟਾਂਤ ਨਹੀਂ ਹੈਗੀ। ਮੈਂ ਇੱਕ ਹੀ ਗੱਲ ਕਹਿ ਦਿੱਤੀ ਆ, ਵਚਨ ਨੇ ਇਹ ਸਮਝਾਉਣਾ ਕੀਤਾ ਪ੍ਰਭੂ ਯਿਸੂ ਮਸੀਹ ਤੋਂ ਵੱਡੀ ਕੋਈ ਦ੍ਰਿਸ਼ਟਾਂਤ ਹੈਗੀ। ਇਹਨੇ ਤਾਨੇ ਮਿਹਣਿਆਂ ਨੂੰ ਸਹਿ ਕੇ ਤੇ ਇੱਕ ਹੀ ਗੱਲ ਕੀ ਆ, ਪ੍ਰਭੂ ਇਹਨਾਂ ਨੂੰ ਕੀ ਕਰਦੇ? ਪ੍ਰਭੂ ਇਹਨਾਂ ਨੂੰ ਕੀ ਕਰਦੇ? ਪ੍ਰਭੂ ਇਹਨਾਂ ਨੂੰ ਕੀ ਕਰਦੇ? ਤੁਸੀਂ ਵੀ ਇੱਕ ਦੂਸਰੇ ਨੂੰ ਕਰਨਾ ਹੈ, ਮਾਫ ਵੀ ਕਰਨਾ। ਜਦੋਂ ਤੁਸੀਂ ਇਹ ਕੰਮ ਸਿੱਖ ਗਏ ਤੇ ਤੁਹਾਡੇ ਤੇ ਕੋਈ ਮੁਸੀਬਤ ਪੈ ਗਈ, ਕੋਈ ਡੇਰਾ ਲਾਵੇਗੀ? ਮੁਸੀਬਤ ਡੇਰਾ ਲਾਵੇਗੀ? ਆਈ ਆ ਤੇ ਮਿੰਟੋ ਮਿੰਟ ਭੱਜ ਜਾਵੇਗੀ, ਮਿੰਟੋ ਮਿੰਟ ਭੱਜ ਜਾਵੇਗੀ। ਜੇਕਰ 4 ਜੀ ਹੈ ਤੇ ਤੁਸੀਂ ਉਸ ਚੀਜ਼ ਦਾ ਮਸਲਾ ਕੀ ਕਰਨਾ? ਜਿਹੜੇ 2 ਜੀ ਆ ਤੇ ਉਹਨਾਂ ਦੇ ਮਸਲੇ ਦਾ ਕੀ ਕਰਨਾ? ਹੱਲ ਕਰਨਾ ਆ। ਦੋਵਾਂ ਜੀਆਂ ਨੂੰ ਪਰਮੇਸ਼ਰ ਨੇ ਬਣਾਇਆ, ਪਰ ਅਯੂਬ ਦੀ ਘਰ ਵਾਲੇ ਨੂੰ ਤਾਨੇ ਮਾਰਨੇ ਨਹੀਂ। ਅਜੇ ਵੀ ਖੜਾ ਹੈ ਇੱਥੇ ਹੀ। ਜਾ ਜਾ ਚਲਿਆ ਜਾ, ਨਾਲੇ ਕਹੇਗੀ ਜਾ, ਤੇ ਹੁਣ ਨਾਲੇ ਇਹਨੂੰ ਫਟਕਾਰ ਦੇ, ਨਾਲੇ ਕੀ ਹੋ ਜਾ? ਨਾਲੇ ਕੀ ਹੋ ਜਾ? ਬਹੁਤੀਆਂ ਕਹਿੰਦੀਆਂ ਵੀ ਸਾਡੇ ਕੋਲੋਂ ਵੀ ਲੱਤ ਜਾਵੇ। ਬੜੀ ਪੀਂਦਾ, ਬੜੀ ਪੀਂਦਾ। ਮੈਂ ਤਾਂ ਕਹਿੰਦੀ ਆ ਸਾਡੇ ਕੋਲੋਂ ਕੀ ਹੋ ਜਾਵੇ? ਉਹਦੀ ਪ੍ਰਾਰਥਨਾ ਹੀ ਕਰੋ, ਪ੍ਰਾਰਥਨਾ ਕਰੋ ਤਾਂ ਜੋ ਮਰਨ ਤੋਂ ਬਿਨਾਂ ਹੀ ਉਹ ਮਸਲਾ ਹੱਲ ਹੋ ਜਾਵੇ। ਮਸਲਾ ਹੱਲ ਹੋ ਜਾਵੇ। ਮਰਿਆ ਮਸਲੇ ਹੱਲ ਹੁੰਦੇ? ਮਰਿਆ ਨਹੀਂ ਮਸਲੇ ਹੱਲ ਹੁੰਦੇ। ਪ੍ਰਾਰਥਨਾ ਕਰੋ, ਜਦੋਂ ਪ੍ਰਾਰਥਨਾ ਕਰੋਗੇ ਅਗਲੇ ਨੂੰ ਜੀਵਨ ਮਿਲ ਗਿਆ ਤੇ ਮਸਲਾ ਹੱਲ ਹੋ ਜਾਵੇ। ਕਿਉਂਕਿ ਮੈਂ ਆਪਣੀ ਗਵਾਹੀ ਦੇ ਦਿੰਦਾ, ਮੇਰੀ ਵਾਈਫ ਮੇਰੀ